ਯਕੀਨਨ ਇਹ ਸਾਰੇ ਦੇਖਦੇ ਰਹੇ ਆ ਵੀ ਰਾਹੁਲ ਗਾਂਧੀ ਦੇ ਉੱਤੇ ਬਹੁਤ ਤਰ੍ਹਾਂ ਦੇ ਟਿੱਪਣੀਆਂ ਕੀਤੀਆਂ ਜਾਂਦੀਆਂ ਸੀ, ਗਲਤ ਤਰੀਕੇ ਨਾਲ ਉਹਨਾਂ ਦੇ ਨਾਮ ਰੱਖੇ ਜਾਂਦੇ ਸੀਗੇ ਔਰ ਰੱਖੇ ਜਾਂਦੇ ਸੀ ਕਿ ਅਜੇ ਵੀ ਅਜਿਹਾ ਹੀ ਹੁੰਦਾ ਹੈ, ਚਾਹੇ ਉਹ ਵਿਰੋਧੀ ਧਿਰਾਂ ਕਰਦੀਆਂ ਨੇ ਜਾਂ ਕੁਝ ਤਾਂ ਲੋਕਾਂ ਦੇ ਮੂੰਹ ਤੇ ਵੀ ਉਹ ਨਾਮ ਚੜ ਜਾਂਦੇ ਨੇ। ਸੋ ਅੱਜ ਰਾਹੁਲ ਗਾਂਧੀ ਨੇ ਜਿਸ ਤਰੀਕੇ ਨਾਲ ਆਪਣੀ ਪੇਸ਼ਕਾਰੀ ਦਿੱਤੀ, ਜਿਸ ਤਰੀਕੇ ਨਾਲ ਉਹ ਸ਼ਬਦਾਂ ਦਾ ਇਸਤੇਮਾਲ ਕਰਦੇ ਨਜ਼ਰ ਆਏ, ਬੋਲਦੇ ਨਜ਼ਰ ਆਏ, ਉਹ ਵਾਕਈ ਹੀ ਕਾਫੀ ਕਹਿ ਸਕਦੇ ਆ ਵੀ ਚੰਗੇ ਤਰੀਕੇ ਨਾਲ ਅੱਜ ਗਰਜੇ। ਜਿਹੜੇ ਉਹਨਾਂ ਨੇ ਜੁਮਲਿਆਂ ਨਾਲ ਅਟੈਕ ਕੀਤਾ, ਕਿਉਂਕਿ ਜਿਹੜੀ ਜੁਮਲਾ ਪਾਰਟੀ ਕਿਹਾ ਜਾਂਦਾ ਤੇ ਉਸ ਢੰਗ ਨਾਲ ਜਿਹੜਾ ਅਟੈਕ ਕੀਤਾ, ਉਹ ਅਟੈਕ ਬੜਾ ਜ਼ਬਰਦਸਤ ਸੀ ਔਰ ਬੜਾ ਡੂੰਘਾ ਅਸਰ ਛੱਡਦਾ ਨਜ਼ਰ ਆ ਰਿਹਾ ਸੀ। ਇਹ ਜਿਹੜੇ ਬੰਦੇ ਆ, ਜੇ ਇਹਨਾਂ ਦੀ ਭਾਸ਼ਾ 'ਚ ਇਹਨਾਂ ਨੂੰ ਨਾ ਜਵਾਬ ਦਿੱਤਾ ਦਬੰਗੀ ਨਾਲ ਥੱਲੇ ਉਤਰ ਕੇ, ਜਾਨੀ ਜਿੱਥੇ ਉਹ ਸੋਚਦੇ ਉਹਦੇ ਨਾਲ ਥੱਲੇ ਉਤਰ ਕੇ ਧਰਤੀ ਤੇ ਆ ਕੇ ਜਦੋਂ ਅੱਜ ਗਲੇ ਨੂੰ ਹੱਥ ਪਾਇਆ ਤੇ ਮੈਨੂੰ ਲੱਗਾ ਕਿ ਪਤਾ ਲੱਗ ਗਿਆ ਅਗਲੇ ਪਾਸੇ ਵੀ ਕਿ ਬੰਦਾ ਜਾ ਗਿਆ। ਸਭ ਤੋਂ ਵੱਡੀ ਗੱਲ ਹੈ ਜਿਹੜਾ ਰਾਹੁਲ ਗਾਂਧੀ ਨੇ ਸ਼ੁਰੂ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਤਾਂ ਇੰਨੇ ਜਿਹੜੇ ਕਿਸਾਨ ਸ਼ਹੀਦ ਹੋ ਗਏ, ਤੁਸੀਂ ਤਾਂ ਕੋਈ ਕਿਸੇ ਤਰੀਕੇ ਦਾ ਕੋਈ ਮੌਨ ਨਹੀਂ ਰੱਖਿਆ, ਕਿਸੇ ਤਰੀਕੇ ਦੀ ਸ਼ਰਧਾਂਜਲੀ ਨਹੀਂ ਦਿੱਤੀ। ਉਹ ਡਿਗਰੀਆਂ ਹੀ ਨਹੀਂ ਵੈਰੀਫਾਈ ਹੋਈਆਂ ਪ੍ਰਧਾਨ ਮੰਤਰੀ ਦੀਆਂ, ਅਜੇ ਤੱਕ ਉਹ ਦੱਬਤਾ ਸਾਰਾ ਹੀ। ਬਿਲਕੁਲ। ਸਥਿਤੀ ਤਾਂ ਇਹ ਬਣੀ ਹੋਈ ਹੈ ਕਿ ਕਿਤੇ ਕਈ ਮਤਲਬ ਇਸ ਵਾਰ ਦੀ ਸਿਚੁਏਸ਼ਨ ਦੇ ਮੁਤਾਬਕ ਉਮੀਦਵਾਰ ਹੀ ਨਹੀਂ ਮਿਲ ਰਹੀ, ਬੀਜੇਪੀ ਨੂੰ ਉਮੀਦਵਾਰ ਹੀ ਨਹੀਂ ਆਪਣੇ ਖੜੇ ਕਰਨ ਦੇ ਲਈ ਮਿਲ ਰਹੇ। ਇਹ ਸਿਚੁਏਸ਼ਨ ਬਣੀ ਹੋਈ, ਕਈ ਥਾਵਾਂ ਖਾਲੀ ਅਜੇ ਵੀ ਪਈਆਂ ਹੋਈਆਂ ਨੇ। ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਜੋ ਭਾਜਪਾ ਦਾ ਰਵੱਈਆ ਹੈ, ਉਸ ਦਾ ਜਿਹੜਾ ਪ੍ਰਤੀਕਰਮ ਹੈ ਉਹ ਭਾਜਪਾ ਨੂੰ ਬੜਾ ਤਿੱਖਾ ਮਿਲ ਰਿਹਾ ਹੈ ਔਰ ਅਜਿਹਾ ਤਿੱਖਾ ਮਿਲ ਰਿਹਾ ਹੈ ਕਿ ਸ਼ਹਿਰੀ ਤੁਸੀਂ ਇਹ ਕਹਿ ਰਹੇ ਹੋ ਕਿ ਉਮੀਦਵਾਰ ਨਹੀਂ ਮਿਲਦੇ, ਇਸ ਤੋਂ ਵੀ ਬਦਤਰ ਹਾਲਤ ਬਣੀ ਹੋਈ ਹੈ। ਨਰਿੰਦਰ ਮੋਦੀ ਹੋਵੇ ਜਾਂ ਕੋਈ ਵੀ ਜਿਹੜਾ ਐਡੀ ਉੱਪਰ ਵਾਲੀ ਸੀਟ ਤੇ ਬੈਠਾ, ਉਹ ਆਪਣੀ ਸੀਟ ਨੂੰ, ਕੁਰਸੀ ਨੂੰ ਹੱਥ ਪਾ ਕੇ ਬੈਠਾ ਹੁੰਦਾ। ਉਹਨੂੰ ਉਹ ਪੰਜਾਬ, ਉਹਨਾਂ ਨੂੰ ਕੋਈ ਬਹੁਤਾ ਚਿੰਤਾ ਨਹੀਂ। ਪੰਜਾਬ ਦੀ ਉਹਨਾਂ ਨੂੰ ਇੰਨੀ ਕੁ ਚਿੰਤਾ ਹੁੰਦੀ ਹੈ ਕਿ ਜਿਹੜੇ ਸਿੱਖ ਆ ਉਹ ਕਿਤੇ ਬਹੁਤੇ ਨਾ ਵਿਗੜ ਜਾਣ। ਇਸ ਕਰਕੇ 4 ਤਰੀਫਾਂ ਪਾਰਲੀਮੈਂਟ 'ਚ, ਰਾਜ ਸਭਾ ਦੇ ਵਿੱਚ ਕਰ ਦਿੱਤੀਆਂ। ਜੇ ਅੱਜ ਅਜਨਾਲੇ ਦੇ ਵਿੱਚ ਮੰਨ ਲਓ 11 ਸੀਟਾਂ ਨੇ ਤੇ 10 ਉਮੀਦਵਾਰਾਂ ਨੇ ਜਾਣ ਕੇ ਆਪਣੇ ਕਾਗਜ਼ ਪੱਤਰ ਜਿਹੜੇ ਨੇ ਉਹ ਕੰਪਲੀਟ ਕੀਤੇ ਨਹੀਂ। ਕਿ ਉਮੀਦਵਾਰ ਜਿਹੜੇ ਬਣ ਗਏ ਨੇ ਉਹ ਲੋਕਾਂ ਦੇ ਵਿੱਚ ਵੋਟਾਂ ਮੰਗਣ ਕਿਵੇਂ ਜਾਣਗੇ? ਅਜਿਹਾ ਇੱਕ ਸੌਫਟ ਇਹਨੂੰ ਕਿਹਾ ਜਾ ਸਕਦਾ ਹੈ, ਜਾਂ ਆਪਣੀ ਜਿਹੜੀ ਕਰਨੀ ਹੈ ਉਹ ਵੀ ਸਾਹਮਣੇ ਆਉਂਦੀ ਹੈ ਕਿ ਪਾਰਟੀ ਕੀ ਕੁਝ ਕਰ ਰਹੀ ਹੈ, ਉਹ ਵੀ ਚੀਜ਼ਾਂ ਨੇ। ਇਹ ਵੀ ਕੋਈ ਵੱਡੀ ਗੱਲ ਹੀ ਹੋਊਗੀ ਕਿ ਉਹਨਾਂ ਦੇ ਆਪਣੇ ਹੀ ਬੰਦੇ ਆਪਣੇ ਲੀਡਰ ਦੇ ਵਿਰੁੱਧ ਕਿਸੇ ਤਰੀਕੇ ਦੇ ਨਾਲ ਉਹ ਕਿਸਾਨ ਦੇ ਰੂਪ ਦੇ ਵਿੱਚ ਲੈ ਕੇ ਕਿਸਾਨੀ ਦਾ ਝੰਡਾ, ਤੇ ਜਿਹੜਾ ਝੰਡਾ ਤੇ ਇੱਕ ਪਾਸੇ ਰਹਿ ਗਿਆ ਹੋਵੇ ਤੇ ਡੰਡਾ ਦੂਜੇ ਦੇ ਮਾਰਤਾ ਹੋਵੇ। ਇਸ ਕਿਸਮ ਦਾ ਕੰਮ ਜਿਹੜਾ ਵੀ ਚੱਲਦਾ ਲੁਕੇ ਛਿਪੇ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਜਿਨ੍ਹਾਂ ਦੀ ਸੋਹਣੀ ਜਿਹੀ ਸਵੇਰ ਚੜੀ ਹੈ ਉਹਨਾਂ ਨੂੰ ਤਾਂ ਜੀ ਪਿਆਰ ਭਰੀ ਗੁੱਡ ਮਾਰਨਿੰਗ, ਤੇ ਬਾਕੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਮੈਂ ਆਪਣੇ ਫੇਸਬੁੱਕ ਵਾਲੇ ਸਾਰੇ ਸਾਥੀਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਅਪਡੇਟ ਲਈ ਤੁਸੀਂ ਡੇਲੀ ਜੁੜਦੇ ਹੋ, ਅੱਜ ਫਿਰ ਜੁੜਨਾ ਤੇ ਆਪਣੇ ਵਿਚਾਰ ਜਿਹੜੇ ਆ ਉਹ ਲਗਾਤਾਰ ਸ਼ੋਅ ਦੇ ਵਿੱਚ ਸਾਡੇ ਨਾਲ ਸਾਂਝੇ ਜ਼ਰੂਰ ਕਰਦੇ ਰਹਿਣਾ। ਸਭ ਤੋਂ ਪਹਿਲਾਂ ਅੱਜ ਅਸੀਂ ਸ਼ੁਰੂਆਤ ਦੇ ਵਿੱਚ ਗੱਲ ਕਰਾਂਗੇ ਕਿ ਲੋਕਲ ਬੋਡੀ ਹੁਣ ਚੋਣਾਂ ਹੈਗੀਆਂ ਨੇ ਤੇ ਪੰਜਾਬ ਦੇ ਵਿੱਚ ਗਹਿਮਾ ਗਹਿਮੀ ਵਾਲਾ ਮਾਹੌਲ ਤਾਂ ਬਣਿਆ ਹੀ ਹੋਇਆ ਹੈ। ਇੱਕ ਪਾਸੇ ਕਿਸਾਨ ਅੰਦੋਲਨ ਕਰਕੇ ਉੱਥੇ ਕਾਫੀ ਜ਼ਿਆਦਾ ਇਕੱਠ, ਇੱਕ ਅਲੱਗ ਹੀ ਇੱਕ ਵੱਡੀ ਜਿਹੜੀ ਕਹਿ ਸਕਦੇ ਹਾਂ ਖਬਰ ਜਿਹੜੀ ਹੈ ਇਸ ਵੇਲੇ ਪੰਜਾਬ ਅੰਦੋਲਨ, ਜਿਹੜਾ ਕਿਸਾਨ ਅੰਦੋਲਨ ਹੈ ਉਹ ਬਣੀ ਹੋਈ ਹੈ। ਅਜਿਹੇ ਦੇ ਵਿੱਚ ਜਿਹੜੀਆਂ ਚੋਣਾਂ ਦਾ ਮਾਹੌਲ ਹੈ ਉਹ ਵੀ ਕਾਫੀ ਜ਼ਿਆਦਾ ਸੁਲਗਦਾ ਦਿਖਾਈ ਦੇ ਰਿਹਾ ਹੈ। ਇਹ ਵੋਟਾਂ ਜਿਹੜੀਆਂ ਨੇ ਇਹ ਪੈਣੀਆਂ ਤਾਂ 14 ਤਰੀਕ ਨੂੰ ਨੇ, 14 ਫਰਵਰੀ ਨੂੰ ਇਹ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ, ਪਰ ਉਸ ਤੋਂ ਪਹਿਲਾਂ ਬੀਜੇਪੀ ਦੇ ਲਈ ਬਹੁਤ ਵੱਡੀ ਮੁਸ਼ਕਿਲ ਬਣੀ ਹੋਈ ਹੈ। ਬੀਜੇਪੀ ਕੈਂਡੀਡੇਟ ਜਿੱਥੇ ਵੀ ਜਾ ਰਹੇ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਹੈ। ਮੈਂ ਆਪਣੀ ਟੀਮ ਨੂੰ ਕਹਿਣਾ ਚਾਹਾਂਗੀ ਕਿ ਪਲੀਜ਼ ਉਹ ਸ਼ਾਰਟਸ ਜਿਹੜੇ ਨੇ ਉਹ ਪਲੇ ਕਰਨ, ਉਹ ਤਸਵੀਰਾਂ ਇੱਕ ਵਾਰੀ ਅਸੀਂ ਤੁਹਾਨੂੰ ਦਿਖਾ ਦਈਏ। ਇਹ ਮੋਹਾਲੀ ਦੀਆਂ ਤਸਵੀਰਾਂ ਨੇ ਜੀ। ਮੋਹਾਲੀ ਦੇ ਵਿੱਚ ਜਦੋਂ ਅੱਜ ਬੀਜੇਪੀ ਦੇ ਉਮੀਦਵਾਰ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਤਾਂ ਉਹਨਾਂ ਦਾ ਵਿਰੋਧ ਆਮ ਜਨਤਾ ਦੇ ਵੱਲੋਂ ਜਿਹੜਾ ਇਹ ਕੀਤਾ ਗਿਆ। ਇਹ ਤੁਸੀਂ ਦੇਖ ਸਕਦੇ ਹੋ, ਜਦੋਂ ਮੋਹਾਲੀ ਦੇ ਕਿਸੇ ਪਿੰਡ ਦੇ ਵਿੱਚ ਵੜੇ ਤਾਂ ਉਸ ਵੇਲੇ ਲੋਕਾਂ ਦੇ ਵਿੱਚ ਗੁੱਸਾ ਸੀਗਾ ਤੇ ਲੋਕਾਂ ਨੇ ਬੀਜੇਪੀ ਦੇ ਆਗੂ ਦੀ ਜਿਹੜੀ ਹੈ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਔਰਤਾਂ ਵੀ ਇਸ ਦੇ ਵਿੱਚ ਸ਼ਾਮਿਲ ਸੀ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਖਿੱਚ-ਧੂ ਜਿਹੜੀ ਹੈ ਉਹ ਕੀਤੀ ਗਈ ਔਰ ਕਿਸਾਨ ਅੰਦੋਲਨ ਦਾ ਜਿਹੜਾ ਝੰਡਾ ਹੀ ਇਹਨਾਂ ਲੋਕਾਂ ਦੇ ਹੱਥ ਦੇ ਵਿੱਚ ਸੀ ਤੇ ਗੁੱਸਾ ਕਿਤੇ ਨਾ ਕਿਤੇ ਇਹੀ ਇਹਨਾਂ ਦਾ ਦਿਖਾਈ ਦੇ ਰਿਹਾ ਸੀ ਕਿ ਕਿਸਾਨ ਜਿਸ ਤਰੀਕੇ ਨਾਲ ਪਰੇਸ਼ਾਨ ਨੇ, ਜਿਸ ਤਰੀਕੇ ਨਾਲ ਲੋਕਾਂ ਦੇ ਉੱਤੇ ਬੀਜੇਪੀ ਆਪਣੇ ਫਰਮਾਨ ਜਿਹੜੇ ਹੈ ਜਾਰੀ ਕਰ ਰਹੀ ਹੈ, ਆਪਣੇ ਹੁਕਮ ਥੋਪ ਰਹੀ ਹੈ, ਉਹਨਾਂ ਨੂੰ ਲੈ ਕੇ ਹੀ ਇਹ ਗੁੱਸਾ ਦੇਖਿਆ ਜਾ ਰਿਹਾ ਸੀ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬੀਜੇਪੀ ਦੇ ਉਮੀਦਵਾਰ ਦੀ ਖਿੱਚ-ਧੂ ਕੀਤੀ ਗਈ। ਹਾਲਾਂਕਿ ਬੀਜੇਪੀ ਦੇ ਉਮੀਦਵਾਰ ਫਿਰੋਜ਼ਪੁਰ ਦੇ ਵਿੱਚ ਵੀ ਗਏ ਸੀ ਪਿਛਲੇ ਦਿਨੀ। ਅਸ਼ਵਨੀ ਸ਼ਰਮਾ ਨੇ ਵੀ ਇਸ ਗੱਲ ਦੀ ਕੰਪਲੇਂਟ ਕੀਤੀ ਸੀਗੀ ਕਿ ਉਮੀਦਵਾਰਾਂ ਦਾ ਇਸ ਤਰੀਕੇ ਨਾਲ ਵਿਰੋਧ ਜਿਹੜਾ ਕਰ ਰਹੇ ਨੇ ਲੋਕ। ਹਾਲਾਂਕਿ ਉਸ ਵੇਲੇ ਉਹਨਾਂ ਨੇ ਕਾਂਗਰਸ ਦੇ ਉੱਤੇ ਵੀ ਇਲਜ਼ਾਮ ਲਗਾਇਆ ਸੀ ਕਿ ਵਿਰੋਧੀ ਧਿਰਾਂ ਦੇ ਵੱਲੋਂ ਵੀ ਜਿਹੜੀ ਹੈ ਇਹ ਸਾਡੇ ਉੱਤੇ ਇਸ ਤਰੀਕੇ ਨਾਲ
ਹਮਲੇ ਕਰਵਾਏ ਜਾ ਰਹੇ ਨੇ ਜਾਂ ਫਿਰ ਸਾਡਾ ਵਿਰੋਧ ਕਰਵਾਇਆ ਜਾ ਰਿਹਾ ਹੈ, ਪਰ ਆਮ ਜਨਤਾ ਵੀ ਇਸ ਦੇ ਵਿੱਚ ਦਿਖਾਈ ਦੇ ਰਹੀ ਹੈ। ਸੋ ਇਹ ਤੁਸੀਂ ਦੇਖ ਲਿਆ ਕਿ ਕਿਸ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਔਰ ਇਸ ਤੋਂ ਇਲਾਵਾ ਭਾਰਤ ਦੇ ਵਿੱਚ ਜਦੋਂ ਅਸੀਂ ਗੱਲ ਕਰੀਏ ਵੱਡੀ ਡਿਵੈਲਪਮੈਂਟ ਦੀ, ਤਾਂ ਅੱਜ ਮਹਾਪੰਚਾਇਤ ਜਗਰਾਉਂ ਦੇ ਵਿੱਚ ਕੀਤੀ ਗਈ ਹੈ। ਮਹਾਪੰਚਾਇਤ ਦੇ ਵਿੱਚ ਬਹੁਤ ਸਾਰੇ ਕਿਸਾਨ ਇਕੱਠੇ ਹੋਏ, ਬਹੁਤ ਸਾਰੇ ਕਲਾਕਾਰ, ਬਹੁਤ ਸਾਰੇ ਵਕੀਲ, ਕਾਫੀ ਵੱਖ-ਵੱਖ ਥਾਵਾਂ ਦਾ ਜਿਹੜਾ ਤਬਕਾ ਹੈ ਇਸ ਮਹਾਪੰਚਾਇਤ ਦਾ ਹਿੱਸਾ ਬਣਿਆ। ਇਸ ਮਹਾਪੰਚਾਇਤ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ। ਇਸ ਤੋਂ ਇਲਾਵਾ ਰਾਹੁਲ ਗਾਂਧੀ ਅੱਜ ਸੰਸਦ ਦੇ ਵਿੱਚ ਬਹੁਤ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਗੂੰਜੇ। ਰਾਹੁਲ ਗਾਂਧੀ ਦੀ ਬਾਡੀ ਲੈਂਗੁਏਜ ਅੱਜ ਬਹੁਤ ਹੀ ਜ਼ਿਆਦਾ ਵੱਖਰੀ ਵੀ ਦਿਖਾਈ ਦਿੱਤੀ, ਤੇ ਉਹਨਾਂ ਨੇ ਵੀ ਬਹੁਤ ਅਲੱਗ ਤਰੀਕੇ ਨਾਲ ਆਪਣੀ ਜਿਹੜੀ ਹੈ ਗੱਲ ਰੱਖੀ। ਹਾਲਾਂਕਿ ਕਿਸਾਨਾਂ ਦੇ ਮੁੱਦੇ ਦੇ ਉੱਤੇ ਹੀ ਰਾਹੁਲ ਗਾਂਧੀ ਆਪਣੀ ਗੱਲ ਰੱਖਦੇ ਨਜ਼ਰ ਆਏ। ਔਰ ਸਾਡੇ ਗੈਸਟ ਜਿਹੜੇ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ। ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ, ਤੇ ਅੰਮ੍ਰਿਤਸਰ ਤੋਂ ਰਾਜੇਸ਼ ਗਿੱਲ ਜੀ ਸਾਡੇ ਨਾਲ ਜੁੜੇ ਹੋਏ ਨੇ। ਪ੍ਰੋਫੈਸਰ ਸਾਹਿਬ, ਰਾਜੇਸ਼ ਗਿੱਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਦਾ ਮਾਰਨਿੰਗ ਸ਼ੋਅ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਜੀ ਰਾਜੇਸ਼ ਜੀ, ਸ਼ੋਅ ਤੋਂ ਮਤਲਬ ਜਿਵੇਂ ਅਸੀਂ ਸ਼ੁਰੂਆਤ ਕੀਤੀ, ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਤਸਵੀਰਾਂ ਕੁਝ ਦਿਖਾ ਰਹੇ ਸੀ ਕਿ ਜਿਹਦੇ ਬੀਜੇਪੀ ਦੇ ਉਮੀਦਵਾਰ ਨੇ, ਲੋਕਲ ਬੋਡੀ ਜਿਸ ਤਰੀਕੇ ਨਾਲ ਚੋਣਾਂ ਹੁਣ ਹੋਣ ਜਾ ਰਹੀਆਂ ਨੇ 14 ਤਰੀਕ ਨੂੰ, ਤਾਂ ਉਮੀਦਵਾਰਾਂ ਦਾ ਵਿਰੋਧ ਕਾਫੀ ਜਗ੍ਹਾ ਦੇ ਉੱਤੇ ਕੀਤਾ ਜਾ ਰਿਹਾ ਹੈ। ਔਰ ਸਥਿਤੀ ਤਾਂ ਇਹ ਬਣੀ ਹੋਈ ਹੈ ਕਿ ਕਿਤੇ ਕਈ ਮਤਲਬ ਇਸ ਵਾਰ ਦੀ ਸਿਚੁਏਸ਼ਨ ਦੇ ਮੁਤਾਬਕ ਉਮੀਦਵਾਰ ਹੀ ਨਹੀਂ ਮਿਲ ਰਹੇ, ਬੀਜੇਪੀ ਨੂੰ ਉਮੀਦਵਾਰ ਹੀ ਨਹੀਂ ਆਪਣੇ ਖੜੇ ਕਰਨ ਦੇ ਲਈ ਮਿਲ ਰਹੇ। ਇਹ ਸਿਚੁਏਸ਼ਨ ਬਣੀ ਹੋਈ, ਕਈ ਥਾਵਾਂ ਖਾਲੀ ਅਜੇ ਵੀ ਪਈਆਂ ਹੋਈਆਂ ਨੇ, ਤੇ ਮਹਿਜ਼ ਵੋਟਾਂ ਪੈਣ ਦੇ ਵਿੱਚ ਸਿਰਫ 3 ਦਿਨ ਦਾ ਸਮਾਂ ਬਾਕੀ ਬਚਿਆ ਹੈ। ਅੰਮ੍ਰਿਤਸਰ ਦੀ ਕੀ ਰਿਪੋਰਟ ਸਾਹਮਣੇ ਆ ਰਹੀ ਹੈ? ਉੱਥੋਂ ਚੋਣਾਂ ਦਾ ਮਾਹੌਲ ਜਿਹੜਾ ਉਹ ਕਿਵੇਂ ਦਾ ਦੇਖਣ ਨੂੰ ਮਿਲ ਰਿਹਾ? ਦੇਖੋ, ਬਿਲਕੁਲ ਇਹ ਜਿਹੜੇ ਇਲੈਕਸ਼ਨਸ ਨੇ, ਭਾਜਪਾ ਬੜੀ ਕਸੂਤੀ ਫਸੀ ਹੋਈ ਹੈ ਇਸ ਵੇਲੇ, ਕਿਉਂਕਿ ਜ਼ਾਹਿਰ ਤੌਰ ਤੇ ਇੱਕ ਤੇ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਕੇ ਭਾਜਪਾ ਦੀ ਪਹਿਲੀ ਚੋਣ ਹੈ, ਦੂਜਾ ਇਸ ਨੂੰ ਇੱਕ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ। ਤਾਂ ਇੱਕ ਪਰਫਾਰਮੈਂਸ ਜਿਹੜੀ ਆ ਇਹਨਾਂ ਚੋਣਾਂ ਦੇ ਵਿੱਚ ਬਹੁਤ ਮੈਟਰ ਕਰਦੀ ਹੈ, ਔਰ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਜੋ ਭਾਜਪਾ ਦਾ ਰਵੱਈਆ ਹੈ, ਉਸ ਦਾ ਜਿਹੜਾ ਪ੍ਰਤੀਕਰਮ ਹੈ ਉਹ ਭਾਜਪਾ ਨੂੰ ਬੜਾ ਤਿੱਖਾ ਮਿਲ ਰਿਹਾ ਹੈ। ਔਰ ਅਜਿਹਾ ਤਿੱਖਾ ਮਿਲ ਰਿਹਾ ਹੈ ਕਿ ਸ਼ਾਇਦ ਤੁਸੀਂ ਇਹ ਕਹਿ ਰਹੇ ਹੋ ਕਿ ਉਮੀਦਵਾਰ ਨਹੀਂ ਮਿਲਦੇ, ਇਸ ਤੋਂ ਵੀ ਬਦਤਰ ਹਾਲਤ ਬਣੀ ਹੋਈ ਹੈ, ਕਿਉਂਕਿ ਜੋ ਮਾਹੌਲ ਬਣਿਆ ਹੋਇਆ ਹੈ ਇਹ ਇੱਕ ਥਾਂ ਤੇ ਨਹੀਂ, ਪੂਰੇ ਪੰਜਾਬ ਦੇ ਵਿੱਚ ਹੀ ਹਰ ਥਾਂ ਤੇ ਖਿੱਚਤੂ ਹੋ ਰਹੀ ਹੈ, ਹਰ ਥਾਂ ਤੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ। ਔਰ ਹਾਲਾਂਕਿ ਭਾਜਪਾ ਵੱਲੋਂ ਵਾਰ-ਵਾਰ ਜਿਹੜਾ ਇਸ ਦਾ ਦੋਸ਼ ਹੈ ਉਹ ਕਾਂਗਰਸ ਦੇ ਮੱਥੇ ਮੜਿਆ ਜਾ ਰਿਹਾ ਹੈ ਕਿ ਕਾਂਗਰਸ ਜਿਹੜੀ ਇਹ ਸਾਰਾ ਕੁਝ ਕਰਵਾ ਰਹੀ ਹੈ। ਔਰ ਇਹ ਸਾਰੇ ਜਿਹੜੀਆਂ ਚੀਜ਼ਾਂ ਇਕੱਠੀਆਂ ਕਰਕੇ ਅੱਜ ਅਸ਼ਵਨੀ ਸ਼ਰਮਾ ਦੀ ਅਗਵਾਈ ਦੇ ਵਿੱਚ ਗਵਰਨਰ ਦੁਬਾਰਾ ਮਿਲੇ ਨੇ ਗਵਰਨਰ ਨੂੰ ਕਿ ਪੂਰੀ ਸਥਿਤੀ ਤੋਂ ਜਾਣੂ ਕਰਵਾਉਣ ਵਾਸਤੇ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ, ਤੇ ਫਿਰ ਦੋਸ਼ ਹੋਈ ਹੈ ਕਿ ਇਹ ਸਾਰਾ ਕੁਝ ਜਿਹੜਾ ਕਾਂਗਰਸ ਵੱਲੋਂ ਕਰਵਾਇਆ ਜਾ ਰਿਹਾ ਹੈ। ਪਰ ਵੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਉਮੀਦਵਾਰ ਨੇ, ਹੁਣ ਜਿੱਦਾਂ ਤੁਸੀਂ ਕਿਹਾ ਕਿ ਉਮੀਦਵਾਰ ਮਿਲ ਨਹੀਂ ਰਹੇ, ਉਮੀਦਵਾਰ ਕਿੱਥੋਂ ਮਿਲ ਜਾਣਗੇ, ਕਿਵੇਂ ਮਿਲ ਜਾਣਗੇ, ਜਦ ਕਿ ਜਿਸ ਢੰਗ ਦਾ ਵਤੀਰਾ ਜਿਹੜਾ ਹੋ ਰਿਹਾ ਹੈ, ਔਰ ਵਤੀਰਾ ਵੀ ਕਿਉਂ ਹੋ ਰਿਹਾ ਹੈ, ਇੱਕ ਪ੍ਰਤੀਕਰਮ ਦੇ ਰੂਪ ਦੇ ਵਿੱਚ ਹੋ ਰਿਹਾ ਹੈ। ਅਸੀਂ ਇਹ ਨਹੀਂ ਕਹਾਂਗੇ ਕਿ ਉਹ ਕਾਂਗਰਸੀ ਨੇ ਜਾਂ ਕਿਸਾਨ ਨੇ ਜਾਂ ਕੀ ਨੇ, ਕਿਉਂਕਿ ਹਰ ਕੋਈ ਕਿਸੇ ਨਾ ਕਿਸੇ ਪਾਰਟੀ ਨਾਲ ਤਾਂ ਜੁੜਿਆ ਹੀ ਹੁੰਦਾ ਹੈ, ਹਰ ਕੋਈ ਵੋਟਰ ਸਾਰੇ ਨੇ, ਉਹ ਇਸ ਗੱਲ ਨੂੰ ਖੈਰ ਉਸ ਪਾਸੇ ਵੱਲ ਅਸੀਂ ਨਹੀਂ ਜਾਵਾਂਗੇ। ਪਰ ਇਹ ਜ਼ਰੂਰ ਹੈ ਕਿ ਇਹ ਵਿਰੋਧ ਤਾਂ ਹੋ ਰਿਹਾ ਹੈ, ਬੜਾ ਤਿੱਖਾ ਵਿਰੋਧ ਹੋ ਰਿਹਾ ਹੈ, ਇੱਕ ਪ੍ਰਤੀਕਰਮ ਦੇ ਰੂਪ ਦੇ ਵਿੱਚ ਵਿਰੋਧ ਹੋ ਰਿਹਾ ਹੈ। ਔਰ ਇੱਥੋਂ ਤੱਕ ਜੇ ਤੁਸੀਂ ਅੰਮ੍ਰਿਤਸਰ ਦੀ ਗੱਲ ਕੀਤੀ ਆ, ਅਜਨਾਲੇ ਦੀ ਗੱਲ ਕਰ ਲਓ, ਅਟਾਰੀ ਦੀ ਗੱਲ ਕਰ ਲਓ, ਮਜੀਠੀ ਦੀ ਗੱਲ ਕਰ ਲਓ, ਜੰਡਿਆਲੇ ਦੀ ਗੱਲ ਕਰ ਲਓ, ਸਾਰੇ ਹਲਕਿਆਂ ਦੇ ਵਿੱਚ ਇੱਕ ਹੁਣ ਦੀ ਹਾਲ ਦੀ ਘੜੀ ਜੋ ਨਜ਼ਰ ਆ ਰਿਹਾ, ਸੁਪੜਾ ਸਾਫ਼ ਵਾਲੀ ਜਿਹੜੀ ਗੱਲ ਨਜ਼ਰ ਆ ਰਹੀ ਹੈ। ਕਿਉਂਕਿ ਜੇ ਅੱਜ ਅਜਨਾਲੇ ਦੇ ਵਿੱਚ ਮੰਨ ਲਓ 11 ਸੀਟਾਂ ਨੇ ਤੇ 10 ਉਮੀਦਵਾਰਾਂ ਨੇ ਜਾਣ ਕੇ ਆਪਣੇ ਕਾਗਜ਼ ਪੱਤਰ ਜਿਹੜੇ ਨੇ ਉਹ ਕੰਪਲੀਟ ਕੀਤੇ ਨਹੀਂ, ਕਿ ਉਮੀਦਵਾਰ ਜਿਹੜੇ ਬਣ ਗਏ ਨੇ ਉਹ ਲੋਕਾਂ ਦੇ ਵਿੱਚ ਵੋਟਾਂ ਮੰਗਣ ਕਿਵੇਂ ਜਾਣਗੇ? ਅਜਿਹਾ ਇੱਕ ਖੌਫ ਵੀ ਇਹਨੂੰ ਕਿਹਾ ਜਾ ਸਕਦਾ ਹੈ, ਜਾਂ ਆਪਣੀ ਜਿਹੜੀ ਕਰਨੀ ਹੈ ਉਹ ਵੀ ਸਾਹਮਣੇ ਆਉਂਦੀ ਹੈ ਕਿ ਪਾਰਟੀ ਕੀ ਕੁਝ ਕਰ ਰਹੀ ਹੈ, ਉਹ ਵੀ ਚੀਜ਼ਾਂ ਨੇ। ਪਰ ਇਹ ਹੈ ਕਿ ਜਿਹੜਾ ਜੇ ਮੈਂ ਇਹੀ ਇੱਕ ਐਗਜ਼ਾਮਪਲ ਕੋਟ ਕਰਾਂ, ਸਾਰੀਆਂ ਥਾਵਾਂ ਤੇ ਇਹ ਕੁਝ ਹੀ ਹੋ ਰਿਹਾ। ਅਜਨਾਲੇ ਦੇ ਵਿੱਚ ਜਦੋਂ ਕਾਗਜ਼ ਪੱਤਰ ਭਰੇ ਗਏ ਔਰ ਕਾਗਜ਼ ਭਰਨ ਤੋਂ ਬਾਅਦ ਜਦੋਂ ਉਹਦੀ ਸਕਰੂਟਨੀ ਹੋਈ, ਬਕਾਇਦਾ ਐਸਡੀਐਮ ਨੇ ਬਕਾਇਦਾ ਤੌਰ ਤੇ ਸਕਰੂਟਨੀ ਕਰਨ ਤੋਂ ਬਾਅਦ ਹੀ ਟਾਈਮ ਦਿੱਤਾ ਭਾਜਪਾ ਦੇ ਉਮੀਦਵਾਰਾਂ ਨੂੰ ਕਿ ਉਹ ਆਪਣੇ ਕਾਗਜ਼ ਪੱਤਰ ਲੈਣ। ਜੇ ਕਿਸੇ ਦਾ ਕੋਈ ਐਫੀਡੇਵਿਟ ਨਹੀਂ ਹੈ ਜਾਂ ਕੋਈ ਹੋਰ ਕਾਗਜ਼ ਦੀ ਘਾਟ ਹੈ ਉਹ ਲੈ ਆਉਣ, ਤੇ ਤੁਹਾਨੂੰ ਕੁਝ ਸਮਾਂ ਦਿੱਤਾ ਜਾਂਦਾ ਹੈ ਕਿ ਤੁਸੀਂ ਇਸ ਸਮੇਂ ਦੇ ਵਿੱਚ ਆਪਣੇ ਕਾਗਜ਼ਾਤ ਪੂਰੇ ਕਰ ਦਿਓ। ਫਿਰ ਵੀ ਪੂਰੇ ਨਹੀਂ ਹੋਏ ਤੇ ਉਹਦਾ ਹੁਣ ਤੁਸੀਂ ਕੀ ਜਵਾਬ ਦਿਓਗੇ, ਕੀ ਗੱਲ ਕਹੋਗੇ? ਤਾਂ ਦੂਜੇ ਪਾਸੇ ਇਹ ਪ੍ਰਚਾਰਿਆ ਜਾਣਾ ਕਿ ਜਾਣਬੁੱਝ ਕੇ ਜਿਹੜੇ ਕਾਗਜ਼ ਜਿਹੜੇ ਰੱਦ ਕਰਵਾਏ ਜਾ ਰਹੇ ਨੇ, ਮਿਲੀ ਭੁਗਤ ਅਫਸਰਾਂ ਤੇ ਦਬਾਅ ਪਾ ਕੇ, ਕਿਉਂਕਿ ਸਰਕਾਰ ਇਹਨਾਂ ਦੀ ਹੈ, ਤੇ ਦਬਾਅ ਪਾ ਕੇ ਕਾਗਜ਼ ਪੱਤਰ ਦਾਖਲ ਕਰਾਏ ਜਾ ਰਹੇ ਨੇ। ਪਰ ਉਸਦੇ ਨਾਲ ਨਾਲ ਜਿਹੜੀ ਹਿੰਸਾ ਹੋ ਰਹੀ ਹੈ, ਹਿੰਸਾ ਉਹ ਮਾੜੀ ਗੱਲ ਹੈ, ਹਿੰਸਾ ਨਹੀਂ ਹੋਣੀ ਚਾਹੀਦੀ, ਭਾਵੇਂ ਪ੍ਰਤੀਕਰਮ ਦੇ ਰੂਪ ਵਿੱਚ ਹੋ ਰਹੀ ਹੈ, ਭਾਵੇਂ ਜਿਸ ਤਰ੍ਹਾਂ ਵੀ ਹੋ ਰਹੀ ਹੈ, ਹਿੰਸਾ ਨਹੀਂ ਹੋਣੀ ਚਾਹੀਦੀ।
ਔਰ ਉਸ ਤੋਂ ਸਭ ਤੋਂ ਵੱਡੀ ਐਗਜ਼ਾਮਪਲ ਹੁਣ ਇਹ ਤਾਂ ਜਿਹੜਾ ਚੱਲ ਰਹੀ ਹੈ, ਕਸ਼ਮਕਸ਼ ਚੱਲ ਰਹੀ ਹੈ, ਜਿਹੜਾ ਵਿਰੋਧ ਆ ਰਿਹਾ ਹੈ, ਜਿਹੜਾ ਉਹ ਤਾਂ ਭਾਜਪਾ ਦੇ ਖਿਲਾਫ ਜਿਹੜਾ ਹੋ ਰਿਹਾ ਹੈ ਕਿਸਾਨਾਂ ਵੱਲੋਂ। ਪਰ ਹੁਣ ਜਿਹੜੀਆਂ ਆਪਸ ਦੇ ਵਿੱਚ ਲੜਾਈਆਂ ਜਿਹੜੀਆਂ ਹੋ ਰਹੀਆਂ ਨੇ, ਉਹ ਵੀ ਜਿਹੜਾ ਮੋਗਾ ਦਾ ਇੱਕ ਇੰਸੀਡੈਂਟ ਬੜਾ ਵੱਡਾ ਇੰਸੀਡੈਂਟ ਹੈ, ਜਿਸ ਦੇ ਵਿੱਚ ਜਿਸ ਦਾ ਜ਼ਿਕਰ ਕਰਦੇ ਆ ਜਥੇਦਾਰ ਤੋਤਾ ਸਿੰਘ ਰੋ ਵੀ ਪਏ। ਕੈਂਡਲ ਮਾਰਚ ਕੱਢਿਆ ਸੀ ਅਕਾਲੀ ਦਲ ਵੱਲੋਂ, ਕੱਢਿਆ ਗਿਆ ਸੀ, ਤੇ ਉਸ ਦੇ ਵਿੱਚ ਜਿਸ ਢੰਗ ਨਾਲ 2 ਅਕਾਲੀ ਵਰਕਰਾਂ ਦੀ ਜਿਹੜੀ ਮੌਤ ਹੋਈ ਹੈ, ਉਹ ਵੀ ਬੜੀ ਮੰਦਭਾਗੀ ਗੱਲ ਹੈ ਕਿ ਅਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਸਥਾਨਕ ਸਰਕਾਰਾਂ ਬਾਰੇ ਜਿਹੜੀ ਇਹ ਚੋਣਾਂ ਹੋ ਰਹੀਆਂ ਬਹੁਤ ਹੇਠਲੇ ਪੱਧਰ ਦੀਆਂ ਹੁੰਦੀਆਂ, ਤੇ ਉਸ ਥਾਂ ਤੇ ਅਜਿਹੀ ਹਿੰਸਾ। ਔਰ ਉਸਦੇ ਨਾਲ ਨਾਲ ਜਿਹੜੇ ਵੱਡੇ ਲੀਡਰ ਨੇ, ਦੇਖੋ ਹਿੰਸਾ ਕਿਉਂ ਨਾ ਹੋ, ਜਿਹੜੇ ਵੱਡੇ ਲੀਡਰ ਨੇ, ਅਸੀਂ ਸਾਰਿਆਂ ਨੇ ਸੁਣਿਆ ਰਾਜਾ ਵੜਿੰਗ ਦਾ ਭਾਸ਼ਣ ਸੁਣਿਆ, ਅਸੀਂ ਸਾਰਿਆਂ ਨੇ ਸੁਣਿਆ ਸੁਖਬੀਰ ਬਾਦਲ ਦਾ ਭਾਸ਼ਣ ਸੁਣਿਆ, ਉਹ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ ਅਜਿਹੀ ਕਸ਼ਮਕਸ਼ ਇਹਨਾਂ ਵੱਡੇ ਲੀਡਰਾਂ ਨੇ ਪੈਦਾ ਕੀਤੀ, ਅਜਿਹੇ ਢੰਗ ਨਾਲ ਇੱਕ ਦੂਜੇ ਨੂੰ ਲਲਕਾਰਿਆ, ਅਜਿਹੇ ਢੰਗ ਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਉਹ ਇਸ ਤਰ੍ਹਾਂ ਬੋਲ ਰਹੇ ਸੀ ਜਿਸ ਤਰ੍ਹਾਂ ਤੇ ਆਮ ਅਸੀਂ ਦੇਖਦੇ ਹਾਂ ਜਿਹੜੇ ਟੁੱਚੇ ਗੈਂਗਸਟਰ ਬੋਲਦੇ ਨੇ, ਜਿੱਦਾਂ ਇਸ ਤਰ੍ਹਾਂ ਦੀ ਭਾਸ਼ਾ ਜਿਹੜੀ ਆ ਉਹ ਫੇਸਬੁੱਕ ਤੇ ਇਸਤੇਮਾਲ ਕੀਤੀ ਗਈ। ਘੱਟ ਉਹਨੇ ਵੀ ਨਹੀਂ ਕੀਤੀ ਤੇ ਘੱਟ ਉਹਨੇ ਵੀ ਨਹੀਂ ਕੀਤੀ, ਤੇ ਉਹਦਾ ਪ੍ਰਤੀਕਰਨ ਜਿਹੜਾ ਹਮੇਸ਼ਾ ਛੋਟਾ ਵਰਕਰ ਮਰਦਾ ਹੈ, ਆਮ ਲੋਕ ਮਰਦੇ ਨੇ, ਆਮ ਵੋਟਰ ਮਰਦੇ ਨੇ, ਤੇ ਉਹ ਨਤੀਜੇ ਜਿਹੜੇ ਦੇਖਣ ਨੂੰ ਮਿਲਦੇ ਨੇ। ਬਿਲਕੁਲ ਪ੍ਰੋਫੈਸਰ ਸਾਹਿਬ, ਅਸੀਂ ਲਗਾਤਾਰ ਹੀ ਇਹ ਜਾਣਕਾਰੀ ਸਾਡੇ ਤੱਕ ਪਹੁੰਚ ਰਹੀ ਹੈ ਕਿ ਵੀ ਕੈਂਡੀਡੇਟਸ ਜਿਹੜੇ ਨੇ ਉਹਨਾਂ ਨੂੰ ਕੈਂਪੇਨ ਕਰਨ ਦੇ ਵਿੱਚ ਬਹੁਤ ਦਿੱਕਤ ਆ ਰਹੀ ਹੈ, ਡਰ ਰਹੇ ਨੇ ਭਾਜਪਾ ਦੇ ਜਿਹੜੇ ਆਗੂ ਨੇ, ਉਮੀਦਵਾਰ ਨੇ ਜਿਹੜੇ ਵੀ, ਅਸੀਂ ਹੁਣ ਲੋਕਾਂ ਦੇ ਵਿੱਚ ਕਿਵੇਂ ਜਾਈਏ। ਇੱਕ ਪਾਸੇ ਸਿਆਸੀ ਡਰਾਮਾ ਲੱਗ ਚੱਲ ਰਿਹਾ ਹੈ ਕਿ ਵੀ ਸਿਆਸਤਦਾਨ ਇੱਕ ਦੂਜੇ ਦੇ ਉੱਤੇ ਇਸ ਤਰੀਕੇ ਦਾ ਵਿਰੋਧ ਪ੍ਰਦਰਸ਼ਨ ਕਰਵਾ ਰਹੇ ਨੇ, ਸਿਆਸੀ ਮੁਫਾਦ ਕਾਰਨ ਹੋ ਰਿਹਾ ਹੈ। ਇੱਕ ਪਾਸੇ ਆਮ ਲੋਕਾਂ ਦੇ ਉੱਤੇ ਵੀ ਜਿਹੜਾ ਇਹ ਸਵਾਲ ਚੁੱਕੇ ਜਾ ਰਹੇ ਨੇ ਵੀ ਆਮ ਜਨਤਾ ਸਾਡਾ ਵਿਰੋਧ ਕਰ ਰਹੀ ਹੈ ਤੇ ਡਰ ਵੀ ਰਹੇ ਨੇ। ਅਜਿਹੇ ਦੇ ਵਿੱਚ ਕਿਸਾਨਾਂ ਨਾਲ, ਹਾਲਾਂਕਿ ਥੋੜੇ ਦਿਨ ਪਹਿਲਾਂ ਕਿਸਾਨਾਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਜ਼ਰੂਰ ਸਾਡਾ ਸਿਰਫ ਇੱਕੋ ਹੀ ਪਾਰਟੀ ਦੇ ਖਿਲਾਫ ਗੁੱਸਾ ਨਿਕਲ ਰਿਹਾ ਔਰ ਉਹ ਹੈ ਬੀਜੇਪੀ, ਔਰ ਉਹ ਗੁੱਸਾ ਸਾਡਾ ਜਾਇਜ਼ ਹੈ। ਪਰ ਉਹਨਾਂ ਨੇ ਕਿਹਾ ਸੀ ਵੀ ਅਸੀਂ ਫਿਰ ਵੀ ਸ਼ਾਂਤਮਈ ਤਰੀਕੇ ਦੇ ਨਾਲ ਹੀ ਸਾਰਾ ਕੁਝ ਕਰ ਰਹੇ ਹਾਂ ਔਰ ਸ਼ਾਂਤਮਈ ਤਰੀਕੇ ਦੇ ਨਾਲ ਹੀ ਅੱਗੇ ਕਰਦੇ ਰਵਾਂਗੇ। ਅਜਿਹੇ ਦੇ ਵਿੱਚ ਪ੍ਰੋਫੈਸਰ ਸਾਹਿਬ ਕੀ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ? ਇੱਕ ਤਾਂ ਕੀ ਇਸ ਵੇਲੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਚੀਜ਼ ਦਿਖਾਈ ਨਹੀਂ ਦੇ ਰਹੀ ਕਿ ਪਹਿਲੀ ਵਾਰ ਇੱਕ ਤਾਂ ਇਹ ਚੀਜ਼ ਹੋ ਰਹੀ ਹੈ ਵੀ ਆਪਣੇ ਤੌਰ ਦੇ ਉੱਤੇ ਹੀ, ਕਿਉਂਕਿ ਗੱਠਜੋੜ ਹੁਣ ਨਹੀਂ ਰਿਹਾ ਤੇ ਅਕਾਲੀ ਦਲ ਨਾਲ ਨਹੀਂ ਹੈ, ਸੋ ਬੀਜੇਪੀ ਕੈਂਡੀਡੇਟ ਜਿਹੜੇ ਬੀਜੇਪੀ ਹੁਣ ਪੰਜਾਬ ਦੇ ਵਿੱਚ ਚੋਣਾਂ ਜਦੋਂ ਲੜ ਰਹੀ ਹੈ ਤਾਂ ਬਿਨਾਂ ਗੱਠਜੋੜ ਦੇ ਇਹ ਚੋਣਾਂ ਲੜੀਆਂ ਜਾ ਰਹੀਆਂ ਨੇ, ਤੇ ਇੱਕ ਤਾਂ ਉਹ ਵੱਡੀ ਚੁਣੌਤੀ ਹੈ, ਤੇ ਦੂਜਾ ਜਿਸ ਤਰੀਕੇ ਨਾਲ ਇਸ ਆਮ ਹਰ ਜਗ੍ਹਾ ਦੇ ਉੱਤੇ ਜਾ ਕੇ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਇੰਨਾ ਹੋ ਰਿਹਾ। ਇਹ ਦੋਵੇਂ ਚੁਣੌਤੀਆਂ ਦੇ ਨਾਲ ਕਿਵੇਂ ਕੈਂਡੀਡੇਟਸ ਨਿਪਟਣਗੇ? ਕੀ ਨਰਿੰਦਰ ਮੋਦੀ ਨੂੰ ਇਹ ਤਸਵੀਰ ਨਜ਼ਰ ਨਹੀਂ ਆ ਰਹੀ? ਇਹ ਨਰਿੰਦਰ ਮੋਦੀ ਹੋਵੇ ਜਾਂ ਕੋਈ ਵੀ ਜਿਹੜਾ ਐਡੀ ਉੱਪਰ ਵਾਲੀ ਸੀਟ ਤੇ ਬੈਠਾ, ਉਹ ਆਪਣੀ ਸੀਟ ਨੂੰ, ਕੁਰਸੀ ਨੂੰ ਹੱਥ ਪਾ ਕੇ ਬੈਠਾ ਹੁੰਦਾ। ਉਹ ਪੰਜਾਬ, ਉਹਨਾਂ ਨੂੰ ਕੋਈ ਬਹੁਤਾ ਚਿੰਤਾ ਨਹੀਂ ਪੰਜਾਬ ਦੀ। ਉਹਨਾਂ ਨੂੰ ਇੰਨੀ ਕੁ ਚਿੰਤਾ ਹੁੰਦੀ ਆ ਕਿ ਜਿਹੜੇ ਸਿੱਖ ਆ ਉਹ ਕਿਤੇ ਬਹੁਤੇ ਨਾ ਵਿਗੜ ਜਾਣ, ਇਸ ਕਰਕੇ 4 ਤਰੀਫਾਂ ਪਾਰਲੀਮੈਂਟ 'ਚ, ਰਾਜ ਸਭਾ ਦੇ ਵਿੱਚ ਕਰ ਦਿੱਤੀਆਂ। ਦੂਸਰਾ ਉਹਨਾਂ ਨੂੰ ਹੁੰਦਾ ਕਿ ਬਾਰਡਰ ਸਟੇਟ ਆ ਕਿ ਕੋਈ ਜ਼ਿਆਦਾ ਇਹਦੇ 'ਚ ਸ਼ਾਂਤੀ ਸ਼ੁੰਤੀ ਰਹੇ। ਪਰ ਜਿੱਥੋਂ ਤੱਕ ਸਵਾਲ ਇਹ ਆ ਕਿ ਉਹਨਾਂ ਦੀ ਪਾਰਟੀ ਦਾ ਕੀ ਬਣ ਰਿਹਾ, ਉਹਨਾਂ ਦੇ ਲੀਡਰਾਂ ਦੀ ਕੀ ਬਣ ਰਿਹਾ, ਉਹ ਮੋਦੀ ਜੀ ਨੂੰ ਪਤਾ। ਉਹਦੇ ਹੀ ਸ਼ੈਡੋ ਥੱਲੇ ਜੀਂਦੇ ਆ ਇਹ, ਜਾ ਕੇ ਉੱਥੇ ਲਿਲੜੀਆਂ ਕੱਢਦੇ ਆ। ਉਹਨੇ ਜਿਹਨੂੰ ਮੜ ਜਾ ਕੋਈ ਟੁੱਕੜ ਪਾਉਣਾ ਹੁੰਦਾ ਉਸ ਕਿਸਮ ਦਾ, ਜਿਹਨੂੰ ਜਾਣੀ ਖੁਸ਼ ਕਰਨਾ ਹੁੰਦਾ ਉਹ ਆਪ ਖੁਸ਼ ਕਰ ਦਿੰਦੇ ਆ। ਉਹਦੇ ਤੇ ਥਾਪੜਾ ਬਣ ਗਿਆ, ਉਹੀ ਪ੍ਰਧਾਨ ਹੋ ਗਿਆ, ਕੋਈ ਸੈਕਟਰੀ ਬਣ ਗਿਆ, ਕਿਸੇ ਨੂੰ MP ਬਣਾਤਾ, ਕਿਸੇ ਨੂੰ ਥੱਲੇ ਲਾਤ। ਇਹ ਜਾਣੀ ਰਾਜਾਸ਼ਾਹੀ ਵਾਂਗੂ ਚੱਲਦਾ, ਕੋਈ ਡੈਮੋਕ੍ਰੈਟਿਕ ਸਿਸਟਮ ਨਹੀਂ ਹੈ ਕਿ ਪੰਜਾਬ ਦੀ ਬੀਜੇਪੀ ਦੀ ਆਪਣੀ ਸਟੇਟ ਕਮੇਟੀ ਫੈਸਲਾ ਕਰੇ, ਉਹਦੇ 'ਚ ਕੋਈ ਇੱਥੋਂ ਰਿਕਮੈਂਡੇਸ਼ਨ ਜਾਣ, ਫਿਰ ਉਹਦੀ ਪ੍ਰਧਾਨ ਮੰਤਰੀ ਦੀ ਇੰਨੀ ਕੁ ਚਾਇਸ ਹੋਵੇ ਕਿ ਜੇ 3 ਕੇਸ ਇੱਥੋਂ ਪ੍ਰਧਾਨ ਲਈ ਭੇਜਦੇ ਆ ਤੇ ਉਹਨਾਂ 'ਚੋਂ ਇੱਕ ਨੂੰ ਟਿਕ ਕਰਦੇ, ਇੰਨੀ ਕਿਤੇ ਚਾਇਸ ਹੋ ਸਕਦੀ ਸੈਂਟਰ ਦੀ। ਪਰ ਇੱਥੇ ਤੇ ਸਾਰਾ, ਜਿਸ ਤਰ੍ਹਾਂ ਤੁਹਾਨੂੰ ਸੱਚੀ ਗੱਲ ਦੱਸਾਂ ਕਿ ਆਵਾਜ਼ ਉੱਤੇ ਆ, ਇੱਕ ਆਦਮੀ 2 ਆਦਮੀਆਂ ਦਾ ਰਾਜ ਹੁੰਦਾ ਤੇ ਉਹਦੇ ਮੁਤਾਬਕ ਇਹ ਚੱਲਦਾ। ਤੁਸੀਂ ਜਿਹੜਾ ਸਵਾਲ ਕਰਦੇ ਆ ਕਿ ਉਹਨਾਂ ਨੂੰ ਚਿੰਤਾ ਨਹੀਂ, ਚਿੰਤਾ ਉਹਨਾਂ ਨੂੰ ਆਪਣੀ ਗੱਦੀ ਦੀ ਆ। ਉਹ ਘੁੱਟ ਕੇ ਫੜੀ ਹੋਈ ਆ, ਦੋਵੇਂ ਬਾਹਾਂ ਕੁਰਸੀ ਦੀਆਂ ਫੜੀਆਂ ਹੋਈਆਂ, ਉਹ ਨਹੀਂ ਹਿੱਲਣ ਦਿੰਦੇ। ਉਹ ਜੇ ਕਿਤੇ ਮੜ ਜਾ ਕੋਈ ਹਜੋਕਾ ਲੱਗਦਾ ਵੀ ਆ, ਫਿਰ ਉਹਨੂੰ ਐਰਲਡਾਈਟ ਲਾ ਦਿੰਦੇ ਆ ਤੇ ਉਹਨੂੰ ਪੱਕੀ ਕਰਕੇ ਐਨ ਫੜ ਕੇ ਬੈਠੇ ਆ। ਜਿਹੜੀ ਪੰਜਾਬ ਦੀ ਪ੍ਰਸਥਿਤੀ ਹੈ ਉਹ ਸੀ ਤੁਹਾਡੇ ਸਾਹਮਣੇ। ਇੱਕ ਪਾਸੇ ਕਿਸਾਨਾਂ ਦੀ ਐਜੀਟੇਸ਼ਨ ਆ, ਸਿੰਘੂ ਮੋਰਚਾ, ਟਿਕਰੀ ਮੋਰਚਾ, ਤੁਸੀਂ ਦੇਖੋ ਉਹ ਸਾਰੇ ਸਮੁਦਾਇ ਨੂੰ ਜੋੜ ਰਹੇ ਆ, ਉਹ ਸਾਰੇ ਧਰਮਾਂ ਨੂੰ, ਜਾਤਾਂ ਨੂੰ ਜੋੜ ਰਹੇ ਆ। ਊਚ ਨੀਚ ਉੱਥੇ ਭੂਰਾ ਵੀ ਕਿਤੇ ਹੈ ਨਹੀਂ, ਸਭ ਦੀ ਸੇਵਾ ਚੱਲ ਰਹੀ ਆ। ਪਰ ਦੂਜੇ ਪਾਸੇ ਇਹ ਪੋਲੀਟੀਕਲ ਪਾਰਟੀਆਂ ਦਾ ਡਿਸਕੋਰਸ ਹੈਗਾ, ਜਿਹੜੇ ਲੋਕਾਂ ਨੂੰ ਵੰਡ ਰਹੇ ਆ, ਮਾਰਾਂ ਮਰਵਾ ਰਹੇ ਆ, ਜਾਣੀ ਕਤਲ ਹੋ ਰਹੇ ਆ, ਵੋਟਾਂ ਨੂੰ ਲੁੱਟਣ ਦੀ ਕੋਸ਼ਿਸ਼, ਜਾਣੀ ਸੁਸਾਇਟੀ ਨੂੰ ਕਮਜ਼ੋਰ ਕਰਨਾ ਆਪਣੇ ਹਿੱਤਾਂ ਦੀ ਖਾਤਰ। ਇਹ ਇੱਕ ਤੌਰ ਤਰੀਕਾ ਰਾਜਨੀਤਿਕ ਪਾਰਟੀਆਂ ਦਾ, ਇਹ ਸੈਕੰਡ ਡਿਸਕੋਰਸ ਹੈਗਾ। ਤੀਜਾ ਜਿਹੜਾ ਤੁਹਾਨੂੰ ਹੈ ਕਿ ਰਾਜਨੀਤਿਕ ਪਾਰਟੀਆਂ ਨੂੰ ਸਮੁੱਚੇ ਤੌਰ ਤੇ ਜਿਹੜੀ ਥੱਲਿਓਂ ਪ੍ਰੈਸ਼ਰ ਪੰਜਾਬ ਦਾ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ, ਉਹ ਇੱਕ ਚੁਣੌਤੀ ਆਪਣੇ ਤੌਰ ਤੇ ਹੈਗੀ ਆ।
ਇਹ ਇੱਕ ਨਵੀਂ ਗੱਲ ਹੈਗੀ। ਪਰ ਇਹ ਵੀ ਗੱਲ ਠੀਕ, ਜਿਵੇਂ ਤੁਸੀਂ ਚੰਗਾ ਕੀਤਾ ਜ਼ਿਕਰ ਕਰ ਦਿੱਤਾ ਕਿ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਅਸੀਂ ਤੇ ਕਾਲੀਆਂ ਝੰਡੀਆਂ ਜ਼ਰੂਰ ਦਿਖਾਉਂਦੇ ਆ, ਪ੍ਰੋਟੈਸਟ ਵੀ ਕਰਦੇ ਆ, ਬੜਾ ਬਿਲकुल ਪੀਸਫੁਲੀ जी ਕਰਦੇ ਆ, ਜਿਵੇਂ ਅਸੀਂ ਦਿੱਲੀ ਦੇ बिल्कुल ਬਾਰਡਰਾਂ ਤੇ ਕਰਦੇ। ਸਾਡੀ ਵੱਲੋਂ ਮਾਰਾ ਤਾੜੀ, ਕਿਸੇ ਨੂੰ ਕੁੱਟਣਾ ਮਾਰਨਾ ਉਹ ਨਹੀਂ ਹੈ। ਜੋ ਵੀ ਜਿੱਥੇ ਵੀ ਹੋ ਰਿਹਾ ਆ, ਜਿੱਥੇ ਮਾਰਾ ਤਾੜੀ, ਹੱਥੋਂ ਪਾਈ, ਪੱਥਰ ਸੁੱਟਣੇ, ਡਾਂਗ ਸੋਟਾ ਚਲਾਉਣਾ, ਇਹ ਸਾਰਾ ਪੋਲੀਟੀਕਲ ਪਾਰਟੀਆਂ ਦੇ ਆਪਣੇ ਜਾਂ ਤੇ ਗੁੰਡੇ ਜਾਂ ਕੋਈ ਉਹਨਾਂ ਦੇ ਆਪਣੇ ਹਿੱਤ ਜਾਂ ਪੁਰਾਣੀਆਂ ਕੀੜਾਂ ਕੱਢਣ ਲਈ ਕੋਈ ਨਾ ਕੋਈ ਕਿਸੇ ਕਿਸਮ ਦਾ, ਦੇਖੋ ਦਾਰੂ ਵੀ ਵੰਡਦੇ ਆ ਪੋਲੀਟੀਕਲ ਪਾਰਟੀਆਂ, ਬਥੇਰਾ ਕੁਝ ਕਰਦੀਆਂ ਸਾਰਾ, ਉਸ ਦੀ ਆੜ बिल्कुल ਵਿੱਚ ਵੀ ਕਈ ਵਾਰੀ ਕੁਝ ਹੋ ਜਾਂਦਾ। ਤੇ ਉਹ ਸਾਰੇ ਦਾ ਸਾਰਾ ਦੋਸ਼ ਪੋਲੀਟੀਕਲ ਪਾਰਟੀਆਂ ਨੂੰ ਹੀ ਦਿੰਦੇ ਆ ਕਿ ਇਹ ਆਪਸੀ ਵਿੱਚ ਜਾਂ ਅੱਛਾ, ਇਹ ਜ਼ਰੂਰੀ ਨਹੀਂ ਵਿਰੋਧੀ ਪਾਰਟੀ ਹੋਵੇ, ਆਪਣੀ ਪਾਰਟੀ ਦੇ ਬੰਦੇ ਵੀ ਹੋ ਸਕਦੇ ਆ। ਹੁਣ ਜਿਸ ਤਰ੍ਹਾਂ ਬੀਜੇਪੀ ਆ, ਉਹਦੀ ਵੀ ਅੰਦਰੋਂ ਅੰਦਰੀ ਫੈਕਸ਼ਨਲਿਜ਼ਮ ਹੁੰਦਾ, ਜਿਵੇਂ ਪਿੰਡ 'ਚ ਧੜੇਬੰਦੀ ਆ, ਹਰ ਪਾਰਟੀ 'ਚ ਵੀ ਧੜੇਬੰਦੀ ਹੈ। ਤੇ ਕੋਈ ਕੱਲ ਪੁਆਇੰਟ ਆਊਟ ਕਰ ਰਿਹਾ ਸੀਗਾ ਕਿ ਇਹ ਵੀ ਕੋਈ ਵੱਡੀ ਗੱਲ ਹੀ ਹੋਊਗੀ ਕਿ ਉਹਨਾਂ ਦੇ ਆਪਣੇ ਹੀ ਬੰਦੇ ਆਪਣੀ ਲੀਡਰ ਦੇ ਵਿਰੁੱਧ ਕਿਸੇ ਤਰੀਕੇ ਦੇ ਨਾਲ ਉਹ ਕਿਸਾਨ ਦੇ ਰੂਪ ਦੇ ਵਿੱਚ ਲੈ ਕੇ ਕਿਸਾਨੀ ਦਾ ਝੰਡਾ, ਤੇ ਜਿਹੜਾ ਝੰਡਾ ਤੇ ਇੱਕ ਪਾਸੇ ਰਹਿ ਗਿਆ ਹੋਵੇ ਤੇ ਡੰਡਾ ਦੂਜੇ ਦੇ ਮਾਰਤਾ ਹੋਵੇ, ਇਸ ਕਿਸਮ ਦਾ ਕੰਮ ਜਿਹੜਾ ਵੀ ਚੱਲਦਾ ਲੁਕੇ ਛਿਪੇ, ਜਿਹਦਾ ਕਿ ਬਾਰ-ਬਾਰ ਬੀਜੇਪੀ ਕਹਿ ਵੀ ਰਹੀ ਹੈ ਕਿ ਸਾਨੂੰ ਜਿਹੜੇ ਇੱਥੇ ਰਾਜਨੀਤਿਕ ਪਾਰਟੀਆਂ, ਜਿਨ੍ਹਾਂ ਨੂੰ ਉਹਨਾਂ ਨੇ ਕਈ ਕੁਛ ਵੀ ਕਿਹਾ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਦੋਲਨ ਜੀਵੀ, ਇਹ ਅੰਦੋਲਨ ਜੀਵੀ ਆ, ਕਿਸੇ ਨੂੰ ਪਰਜੀਵੀ ਜਾਂ ਕਿਸੇ ਨੂੰ ਕੁਛ ਪੈਰਾਸਾਈਟ ਜਾਂ ਕੁਛ ਕਿਹਾ, ਤੇ ਜਾਣੀ ਜਿਹੜੀਆਂ ਪਾਰਟੀਆਂ ਵਰਤ ਰਹੀਆਂ ਅੰਦੋਲਨ ਨੂੰ, ਤੇ ਵਰਤਦੀਆਂ ਤੇ ਤੁਸੀਂ ਵੀ ਵਰਤ ਰਹੇ ਆ, ਉਹ ਵੀ ਵਰਤ ਰਹੇ ਆ, ਸਾਰੇ ਸੱਪ ਨੂੰ ਸੱਪ ਲੜੇ ਤੇ ਵੇਹ ਕਿਹਨੂੰ ਚੜੇ, ਜਾਨੀ ਜ਼ਹਿਰ ਕਿਹਨੂੰ ਚੜੇ, ਉਹ ਇੱਕੋ ਕੰਮ ਹੈ, ਇੱਕੋ ਜਿਹੀ ਆ, ਸਾਰੇ ਇੱਕੋ ਥੈਲੇ ਦੇ ਚਿੱਟੇ ਵੱਟੇ ਆ। ਹੁਣ ਮੈਂ ਇੰਨੀ ਗੱਲ ਦਾ ਇਹ ਕਹੂੰਗਾ ਕਿ ਜਿਹੜੀ ਬਹੁਤ ਸਾਰੀ ਕੁਛ ਤੇ ਇਹਨਾਂ ਨੇ ਰਿਪੋਰਟ ਦਿੱਤੀ ਆ ਰਚੇਸ, ਜਿੰਨੇ ਮੈਂ ਤੁਹਾਨੂੰ ਇਹ ਦੱਸ ਦਿਆਂ, ਬੰਦੇ ਤੇ ਉਹਨਾਂ ਨੂੰ ਲੱਭ ਗਿਆ, ਪਰ ਬਹੁਤੀ ਜਗ੍ਹਾ ਬੀਜੇਪੀ ਨੇ ਆਪਣਾ ਬੀਜੇਪੀ ਦੀ ਉੱਪਰੋਂ ਝੰਡੀ ਕਮਲ ਵਾਲੀ ਹਟਾ ਕੇ ਇੰਡੀਪੈਂਡੈਂਟ ਖੜੇ ਕਰਤੇ ਕੈਂਡੀਡੇਟ ਤੇ ਪੂਰੇ ਕਰਨੇ ਆ, ਤੁਸੀਂ ਪਾਰਟੀ ਤੋਂ ਬਾਹਰ ਨਹੀਂ ਹੋ ਸਕਦੇ। ਉਹ ਝੰਡੀ ਨੂੰ ਇੰਨਾ ਖਤਰਾ ਨਾ, ਕਮਲ ਇੰਨਾ ਜਾਣੀ ਉੱਥੇ ਸੁੱਕ ਰਿਹਾ ਜਿਵੇਂ ਸੋਕਾ ਪੈ ਗਿਆ ਹੋਵੇ, ਤੇ ਉਹ ਕਹਿੰਦੇ ਕਿ ਕਮਲ ਨੂੰ ਲਾ ਦਿਓ, ਤੇ ਹੁਣ ਹੋਰ ਕੋਈ ਵੀ ਪੌੜੀ ਲਾ ਦਿਓ ਉਹਦੇ ਤੇ, ਜਾਂ ਕੋਈ ਟਰੈਕਟਰ ਲਾ ਦਿਓ, ਕੋਈ ਮਧਾਣੀ ਲਾ ਦਿਓ, ਕੋਈ ਵੇਲਣਾ ਲਾ ਦਿਓ, ਚੋਣ ਨਿਸ਼ਾਨ ਦੀ ਮੈਂ ਗੱਲ ਕਰਦਾ, ਕਮਲ ਦੇ ਚੋਣ ਨਿਸ਼ਾਨ ਤੇ ਚੋਣ ਜਿਹੜੀ ਲੜਨੀ ਔਖੀ ਹੋ ਗਈ ਆ, ਆਹ ਕੰਮ ਚੱਲਿਆ ਹੋਇਆ। ਤੇ ਇਹ ਦੁੱਖ ਦੀ ਗੱਲ ਆ। ਵੈਸੇ ਲਾਸਟ ਗੱਲ ਮੈਂ ਸ਼ਾਇਰੀ ਇਹ ਕਹਿਣਾ ਆ, ਇਹ ਜਿਹੜੀਆਂ ਲੋਕਲ ਬਾਡੀ ਚੋਣਾਂ ਜਾਂ ਪੰਚਾਇਤਾਂ ਦੀਆਂ ਚੋਣਾਂ, ਜਿਹੜੀ ਰਾਜ ਕਰਦੀ ਪਾਰਟੀ ਆ ਉਹ ਧੱਕੇ ਨਾਲ ਸੱਚੀ ਮੁੱਚੀ ਆਪਣੇ ਪੁਲਿਸ ਦੇ ਜ਼ੋਰ ਨਾਲ, ਐਡਮਿਨਿਸਟ੍ਰੇਸ਼ਨ ਦੇ ਜ਼ੋਰ ਨਾਲ ਕਿਸੇ ਦੇ ਪੇਪਰ ਰੱਦ ਕਰਤੇ, ਕਿਸੇ ਦੇ, ਇਹ ਤੇ ਰਜੇਸ਼ ਨੇ ਜੀ ਤੇ ਦੂਜੀ ਕਹਾਣੀ ਦੱਸੀ ਆ ਰਜੇਸ਼ ਜੀ ਨੇ ਕਿ ਉਹਨਾਂ ਨੇ ਆਪ ਹੀ ਆਪਣੇ ਪੇਪਰ ਇਨਕੰਪਲੀਟ ਕੀਤੇ ਤਾਂ ਕਿ ਲੋਕਾਂ ਨੂੰ ਫੇਸ ਨਾ ਕਰਨਾ ਪਵੇ, ਤੇ ਪਾਰਟੀ ਤੋਂ ਵੀ ਸੱਚੇ ਹੋ ਗਏ ਤੇ ਆਪਣਾ ਜਾਣੀ ਜਨਤਾ ਤੋਂ ਵੀ ਬਚ ਗਏ, ਜਨਤਾ ਦੇ ਗੁੱਸੇ ਤੋਂ ਵੀ ਬਚ ਗਏ। ਇਹ ਬਿਲਕੁਲ ਸੱਚ ਹੋਊਗਾ, ਇੰਜ ਕੀਤਾ ਹੋਊਗਾ। ਪਰ ਦੂਜੇ ਪਾਸੇ ਮਤਲਬ ਇਹ ਵੀ ਹੈਗਾ ਕਿ ਜਿਹੜੀ ਰੂਲਿੰਗ ਪਾਰਟੀ ਆ ਉਹ ਦਾਦਾਗਿਰੀ ਨਾਲ ਚੋਣਾਂ ਨੂੰ ਹਰ ਤਰੀਕੇ ਨਾਲ, ਜਿਹੜੀਆਂ ਕਾਰਪੋਰੇਸ਼ਨ ਤੇ ਇਹਨਾਂ ਦੀਆਂ ਜਿਹੜੀਆਂ ਪੰਚਾਇਤਾਂ ਦੀਆਂ ਹੁੰਦੀਆਂ, ਜਿੱਤਣ ਦੀ ਕੋਸ਼ਿਸ਼ ਕਰਦੀ ਆ, ਇਹ ਗੁੰਡਾਗਰਦੀ ਦੇ ਨਾਲ ਵੀ ਕਰਦੇ ਆ। ਇਹ ਬੰਦ ਹੋਣਾ ਚਾਹੀਦਾ, ਇਹ ਇੱਕ ਡੈਮੋਕ੍ਰੈਟਿਕ ਤਰੀਕਾ ਨਹੀਂ ਹੈ। ਹਾਂਜੀ ਸ਼ਹਿਰੀ ਜੀ ਬਿਲਕੁਲ। ਇਸ ਤੋਂ ਇਲਾਵਾ ਰਾਜੇਸ਼ ਜੀ, ਪੰਜਾਬ ਤੋਂ ਕੀ ਖਬਰ ਸਾਹਮਣੇ ਆ ਰਹੀ ਹੈ? ਖੈਰ ਅਸੀਂ ਜਿਹੜੀ ਮਹਾ ਪੰਚਾਇਤ ਅੱਜ ਬਹੁਤ ਵੱਡੀ ਹੋਈ ਹੈ ਉਸ ਤੇ ਅਸੀਂ ਗੱਲ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਰਾਹੁਲ ਗਾਂਧੀ ਦੀ ਜਿਹੜੀ ਅੱਜ ਸਪੀਚ ਹੈ ਉਸ ਤੇ ਗੱਲ ਕਰਨਾ ਚਾਹਾਂਗੇ। ਜਿਸ ਤਰੀਕੇ ਨਾਲ ਰਾਹੁਲ ਗਾਂਧੀ ਅੱਜ ਗਰਜੇ ਨੇ, ਰਾਜੇਸ਼ ਜੀ, ਅਸੀਂ ਯਕੀਨਨ ਇਹ ਸਾਰੇ ਦੇਖਦੇ ਰਹੇ ਹਾਂ ਵੀ ਰਾਹੁਲ ਗਾਂਧੀ ਦੇ ਉੱਤੇ ਬਹੁਤ ਤਰ੍ਹਾਂ ਦੇ ਟਿੱਪਣੀਆਂ ਕੀਤੀਆਂ ਜਾਂਦੀਆਂ ਸੀ, ਗਲਤ ਤਰੀਕੇ ਨਾਲ ਉਹਨਾਂ ਦੇ ਨਾਮ ਰੱਖੇ ਜਾਂਦੇ ਸੀਗੇ, ਔਰ ਰੱਖੇ ਜਾਂਦੇ ਸੀ ਕਿ ਅਜੇ ਵੀ ਅਜਿਹਾ ਹੀ ਹੁੰਦਾ ਹੈ, ਚਾਹੇ ਉਹ ਵਿਰੋਧੀ ਧਿਰਾਂ ਕਰਦੀਆਂ ਨੇ ਜਾਂ ਕੁਛ, ਤਾਂ ਲੋਕਾਂ ਦੇ ਮੂੰਹ ਤੇ ਵੀ ਉਹ ਨਾਮ ਚੜ ਜਾਂਦੇ ਨੇ। ਸੋ ਅੱਜ ਰਾਹੁਲ ਗਾਂਧੀ ਨੇ ਜਿਸ ਤਰੀਕੇ ਨਾਲ ਆਪਣੀ ਪੇਸ਼ਕਾਰੀ ਦਿੱਤੀ, ਜਿਸ ਤਰੀਕੇ ਨਾਲ ਉਹ ਸ਼ਬਦਾਂ ਦਾ ਇਸਤੇਮਾਲ ਕਰਦੇ ਨਜ਼ਰ ਆਏ, ਬੋਲਦੇ ਨਜ਼ਰ ਆਏ, ਉਹ ਵਾਕਈ ਹੀ ਕਾਫੀ ਕਹਿ ਸਕਦੇ ਆ ਵੀ ਚੰਗੇ ਤਰੀਕੇ ਨਾਲ ਅੱਜ ਗਰਜੇ। ਜਿਹੜੀ ਗੂੰਜ ਜਿਹੜੀ ਹੈ ਉਹ ਵਾਕਈ ਕਿਸਾਨਾਂ ਦੀ ਜਿਹੜੀ ਉਹਨਾਂ ਨੇ ਪ੍ਰੋਪਰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਜ਼ਰੂਰ ਕੀਤੀ ਹੈ। ਸੋ ਕੀ ਰਿਪੋਰਟ ਉਸ ਨੂੰ ਲੈ ਕੇ ਮਿਲ ਰਹੀ ਹੈ? ਲੋਕਾਂ ਦੇ ਕੀ ਖਾਸ ਤੌਰ ਤੇ ਰਿਐਕਸ਼ਨ ਉਸ ਨੂੰ ਲੈ ਕੇ ਸਾਹਮਣੇ ਆ ਰਹੇ ਸੀਗੇ? ਦੇਖੋ ਅੱਜ ਜੇ ਅਸੀਂ ਕੁਝ ਕਵਾਂਗੇ ਤਾਂ ਇਹ ਨਾ ਸਮਝਣ ਕਿ ਸ਼ਾਇਦ ਇਹ ਕਾਂਗਰਸ ਦੇ ਪੱਖੋਂ ਬੋਲ ਰਹੇ ਨੇ, ਪਰ ਵਾਕਈ ਸੱਚ ਗੱਲ ਇਹ ਹੈ ਕਿ ਰਾਹੁਲ ਗਾਂਧੀ ਅੱਜ ਮੰਨ ਲਓ ਕਿ ਇਹ ਕਹਿ ਕੇ ਬੋਲਣਾ ਸ਼ੁਰੂ ਕੀਤਾ ਸੀ ਕਿ ਦਿਲ ਥਾਮ ਕੇ ਬੈਠੋ, ਅਬ ਮੇਰੀ ਵਾਰੀ ਹੈ, ਕਿ ਹੁਣ ਬੜੇ ਲੰਬੇ ਸਮੇਂ ਬਾਅਦ ਰਾਹੁਲ ਗਾਂਧੀ ਦੀ ਅੱਜ ਵਾਰੀ ਆਈ, ਤੇ ਉਹ ਵਾਕਈ ਲੱਗਦਾ ਹੈ ਕਿ ਵਾਰੀ ਆਈ ਆ ਤੇ ਉਹਦਾ ਸਹੀ ਮੁੱਲ ਖੱਟਿਆ ਅੱਜ ਰਾਹੁਲ ਗਾਂਧੀ ਨੇ, ਔਰ ਬੜਾ ਗਰਜ ਕੇ, ਜਿਹਨੂੰ ਕਹਿੰਦੇ ਨਾ ਲੋਕ ਸਭਾ 'ਚ ਗਰਜਿਆ। ਉਹ ਕਈ ਤੇ ਐਵੇਂ ਪਾ ਦਿੰਦੇ ਆ ਕਿ ਲੋਕ ਸਭਾ 'ਚ ਗਰਜਿਆ, ਫੇਸਬੁੱਕ ਤੇ ਪੋਸਟ ਪਾ ਦਿੰਦੇ ਨੇ, ਪਰ ਵਾਕਈ ਅੱਜ ਗਰਜਿਆ, ਤੇ ਉਹ ਗਰਜਿਆ ਨਜ਼ਰ ਆਇਆ, ਔਰ ਗਰਜਨ ਦਾ ਅਸਰ ਵੀ ਨਜ਼ਰ ਆਇਆ। ਔਰ ਉਹਦੇ ਵਿੱਚ ਜਿਹੜੇ ਉਹਨਾਂ ਨੇ ਜੁਮਲਿਆਂ ਨਾਲ ਅਟੈਕ ਕੀਤਾ, ਕਿਉਂਕਿ ਜਿਹੜੀ ਜੁਮਲਾ ਪਾਰਟੀ ਕਿਹਾ ਜਾਂਦਾ, ਤੇ ਉਸ ਢੰਗ ਨਾਲ ਜਿਹੜਾ ਅਟੈਕ ਕੀਤਾ, ਉਹ ਅਟੈਕ ਬੜਾ ਜ਼ਬਰਦਸਤ ਸੀ ਔਰ ਬੜਾ ਡੂੰਘਾ ਅਸਰ ਛੱਡਦਾ ਨਜ਼ਰ ਆ ਰਿਹਾ ਸੀ। ਜਿਹੜਾ ਉਹਨਾਂ ਨੇ ਕਿਹਾ ਕਿ ਹਮ ਦੋ ਹਮਾਰੇ ਦੋ, ਔਰ ਸਿੱਧੇ ਸੰਕੇਤ ਜਿਹੜੇ ਸੀ ਅੰਬਾਨੀ ਅਡਾਨੀ ਵਾਲੇ ਜਾਂ ਜਿਹੜੇ
ਨਰਿੰਦਰ ਮੋਦੀ ਬਾਰੇ, ਅਮਿਤ ਸ਼ਾਹ ਬਾਰੇ ਜਿਹੜੇ ਉਹਨਾਂ ਨੇ ਪੂਰੇ ਸਿੱਧੇ ਸੰਕੇਤ ਦਿੱਤੇ, ਉਹ ਸਾਰੀਆਂ ਗੱਲਾਂ ਸਾਰੀਆਂ ਲੋਕਾਂ ਦੀਆਂ ਸਮਝ 'ਚ ਆ ਰਹੀਆਂ ਸੀ ਔਰ ਬਕਾਇਦਾ ਤੌਰ ਤੇ ਹਰ ਸੰਸਦ ਵੱਲੋਂ ਉਸਦਾ ਪੂਰਾ ਰਿਸਪੌਂਸ ਆ ਰਿਹਾ ਸੀਗਾ। ਔਰ ਸਭ ਤੋਂ ਵੱਡੀ ਗੱਲ ਹੈ ਜਿਹੜਾ ਰਾਹੁਲ ਗਾਂਧੀ ਨੇ ਸ਼ੁਰੂ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਤਾਂ ਇੰਨੇ ਜਿਹੜੇ ਕਿਸਾਨ ਸ਼ਹੀਦ ਹੋ ਗਏ, ਤੁਸੀਂ ਤਾਂ ਕੋਈ ਕਿਸੇ ਤਰੀਕੇ ਦਾ ਕੋਈ ਮੌਨ ਨਹੀਂ ਰੱਖਿਆ, ਕਿਸੇ ਤਰੀਕੇ ਦੀ ਸ਼ਰਧਾਂਜਲੀ ਨਹੀਂ ਦਿੱਤੀ, ਪਰ ਮੇਰੇ ਭਾਸ਼ਣ ਤੋਂ ਬਾਅਦ 2 ਮਿੰਟ ਦਾ ਮੌਨ ਹੋਏਗਾ, 2 ਮਿੰਟ ਦੀ ਸ਼ਰਧਾਂਜਲੀ ਹੋਏਗੀ। ਇਹ ਬਹੁਤ ਵੱਡੀ ਗੱਲ ਸੀ ਔਰ ਇੱਕ ਮੂੰਹ ਤੇ ਚਪੇੜ ਸੀ ਕਿ ਤੁਸੀਂ ਆਪਣੇ ਕਿਸਾਨ ਨੂੰ, ਆਪਣੇ ਅੰਨਦਾਤਾ ਨੂੰ ਕਿਸ ਤਰ੍ਹਾਂ ਟ੍ਰੀਟ ਕਰ ਰਹੇ ਹੋ। ਚਲੋ ਭਾਵੇਂ ਇਹ 'ਚ ਪੋਲਿਟਿਕਸ ਹੀ ਸਹੀ, ਪਰ ਫਿਰ ਵੀ ਇੱਕ ਲੋਕ ਸਭਾ ਦੇ ਵਿੱਚ ਇਸ ਤਰ੍ਹਾਂ ਜਿਹੜਾ ਇੱਕ ਪ੍ਰਮੁੱਖ ਲੀਡਰ ਇਸ ਤਰ੍ਹਾਂ ਬੋਲ ਰਿਹਾ ਤਾਂ ਬਹੁਤ ਵੱਡੀ ਗੱਲ ਹੈ ਔਰ ਚੰਗੀ ਗੱਲ ਹੈ। ਤੇ ਹੁਣ ਦਰਅਸਲ ਲਗਾਤਾਰ ਹੁਣ ਜਿਹੜਾ ਜੋ ਕੁਝ ਸੰਸਦ ਦੇ ਵਿੱਚ ਹੋ ਰਿਹਾ ਹੈ, ਜਿਸ ਢੰਗ ਨਾਲ ਵੱਖ-ਵੱਖ ਆਗੂ ਸੰਸਦ ਦੇ ਵਿੱਚ ਬੋਲ ਰਹੇ ਨੇ, ਸ਼ੀਸ਼ਾ ਦਿਖਾ ਰਹੇ ਨੇ, ਜਿਸ ਢੰਗ ਨਾਲ ਇੱਕ ਪੁਆਇੰਟ ਇੱਕ ਨੁਕਤੇ ਤੇ, ਕਿਉਂਕਿ ਅੱਜ ਵੀ ਰਾਹੁਲ ਗਾਂਧੀ ਨੇ ਇੰਟੈਂਟ ਵੀ ਦੱਸਿਆ ਤੇ ਕੰਟੈਂਟ ਵੀ ਦੱਸਿਆ। ਇੱਕ ਇਹ ਵੀ ਬੜੀ ਵੱਡੀ ਗੱਲ ਸੀ ਜਿਹੜੀ ਉਹਨਾਂ ਨੇ ਕੱਲ ਵਾਰ-ਵਾਰ ਕੀਤੀ ਕਿ ਲਓ ਜੀ ਹੁਣ ਮੈਂ ਇੰਟੈਂਟ ਵੀ ਦੱਸਣ ਲੱਗਾ ਵਾਂ ਤੇ ਕੰਟੈਂਟ ਵੀ ਦੱਸਣ ਲੱਗਾ। ਇਹ ਦੋਨਾਂ ਚੀਜ਼ਾਂ ਦਾ ਜਿਹੜਾ ਇੱਕ ਯੂਨੀਕ ਬਲੈਂਡ, ਇੱਕ ਸੁਮੇਲ ਜਿਹੜਾ ਨਜ਼ਰ ਆਇਆ ਕਿ ਇਹ ਚੀਜ਼ ਵਾਕਿਆ ਹੀ ਗੱਲ ਕਰਨ ਵਾਲੀ ਸੀ ਔਰ ਸ਼ੀਸ਼ਾ ਦਿਖਾਉਣ ਵਾਲੀ ਸੀ। ਹੋ ਸਕਦਾ ਭਾਵੇਂ ਚਲੋ ਅਸਰ ਉੱਥੇ ਕੀ ਹੁੰਦਾ ਹੈ ਜਾਂ ਕੀ ਨਹੀਂ ਹੁੰਦਾ ਉਹ ਗੱਲ ਵੱਖਰੀ ਹੈ, ਪਰ ਆਮ ਲੋਕਾਂ ਨੂੰ ਇਹ ਗੱਲ ਜਿਹੜੀ ਆ ਸਮਝਾਉਣ ਦਾ ਤਰੀਕਾ ਜਿਹੜਾ ਸੀ ਉਹ ਵਧੀਆ ਸੀਗਾ। ਜਿਸ ਢੰਗ ਨਾਲ ਉਹਨਾਂ ਨੇ ਆਪਣਾ ਲਬੋ ਲਹਿਜਾ ਇਸਤੇਮਾਲ ਕੀਤਾ, ਜਿਸ ਢੰਗ ਨਾਲ ਸ਼ਬਦਾਂ ਦੀ ਚੋਣ ਕੀਤੀ, ਉਹ ਵਾਕਿਆ ਹੀ ਇੰਪ੍ਰੈਸਿਵ ਸੀ। ਤੇ ਉਸਦੇ ਨਾਲ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਜਿਸ ਢੰਗ ਨਾਲ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ, ਪੋਲੀਟੀਕਲ ਪਾਰਟੀਆਂ ਨੂੰ ਪਰਾਂ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸ਼ੁਰੂ ਤੋਂ ਹੀ, ਤੇ ਦੂਜੇ ਪਾਸੇ ਜਿਸ ਢੰਗ ਨਾਲ ਅੱਜ ਪੋਲੀਟੀਕਲ ਪਾਰਟੀ ਦੇ ਨੇਤਾਵਾਂ ਨੇ ਜਿਸ ਢੰਗ ਦਾ ਰੋਲ ਲੋਕ ਸਭਾ ਦੇ ਵਿੱਚ ਨਿਭਾਇਆ ਹੈ, ਉਹ ਲੋਕ ਉਸ ਦੀ ਵੀ ਗੱਲ ਕਰਨੀ ਚਾਹੀਦੀ ਹੈ, ਉਸਦੀ ਵੀ ਸ਼ਲਾਘਾ ਜ਼ਰੂਰ ਕਰਨੀ ਚਾਹੀਦੀ ਹੈ ਕਿ ਜਿਸ ਢੰਗ ਨਾਲ ਹਰ ਇੱਕ ਨੇ ਆਪਣਾ ਨੁਕਤੇ ਨਿਗਾਹ ਰੱਖਿਆ, ਉਹ ਬਹੁਤ ਵਧੀਆ ਗੱਲ ਹੈ। ਤਾਂ ਇੱਕ ਰੋਲ ਜਿਹੜਾ ਸਹੀ ਰੋਲ ਜਿਹੜਾ ਸੀਗਾ ਲੋਕ ਸਭਾ ਦਾ, ਇਹਨਾਂ ਲੀਡਰਾਂ ਦਾ, ਉਹ ਹੁੰਦਾ, ਉਹ ਜਿਹੜਾ ਅਮਲ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲਿਆ, ਉਹ ਚੰਗਾ ਲੱਗਾ ਸਾਰਿਆਂ ਨੂੰ ਕਿ ਇਹ ਵਾਕਿਆ ਇਹ ਵੀ ਕੁਝ ਚਲੋ ਕੋਈ ਯੋਗਦਾਨ ਪਾ ਰਹੇ ਨੇ ਔਰ ਸਿੱਧੀਆਂ ਗੱਲਾਂ ਜਿਹੜੀਆਂ ਨੇ ਪ੍ਰਧਾਨ ਮੰਤਰੀ ਨਾਲ ਮੁਖਾਤਿਬ ਹੋ ਕੇ ਕਰ ਰਹੇ ਨੇ, ਕਿਤੇ ਨਾ ਕਿਤੇ ਇਹ ਚੀਜ਼ਾਂ ਅਸਰ ਜ਼ਰੂਰ ਛੱਡਦੀਆਂ। ਜੀ ਪ੍ਰੋਫੈਸਰ ਸਾਹਿਬ ਸਹਿਮਤ ਹੋ ਜੀ ਰਾਜੇਸ਼ ਗਿੱਲ ਦੀ ਗੱਲ ਤੋਂ? ਹਾਲਾਂਕਿ ਰਾਜੇਸ਼ ਜੀ ਨੇ ਇਹ ਗੱਲ ਪਹਿਲਾਂ ਕਲੀਅਰ ਕਰ ਦਿੱਤੀ ਵੀ ਜੇ ਅਸੀਂ ਕੁਝ ਕਵਾਂਗੇ ਤਾਂ ਕਿਤੇ ਇਹ ਨਾ ਲੋਕ ਕਹਿਣ ਵੀ ਮੈਂ ਕਾਂਗਰਸੀ ਹਾਂ। ਤੇ ਹੁਣ ਤੁਸੀਂ ਦੱਸੋ ਵੀ ਤੁਸੀਂ ਸਹਿਮਤ ਹੋ? ਵਾਕਈ ਰਾਹੁਲ ਗਾਂਧੀ ਜਿਹੜੇ ਆ ਉਹਨਾਂ ਦੀ ਸਪੀਚ ਬੜੀ ਇੰਪ੍ਰੈਸਿਵ ਸੀਗੀ। ਖੈਰ ਇਹ ਤਾਂ ਇਸ 'ਚ ਕੋਈ ਦੋ ਰਾਏ ਨਹੀਂ ਹੈ ਕਿ ਵੀ ਸਿਆਸਤ ਇਸ ਵੇਲੇ ਹੋ ਰਹੀ ਹੈ ਤਾਂ ਫਿਰ ਸਿਆਸਤ ਵੀ ਧੜੱਲੇ ਨਾਲ ਜਿਹੜੀ ਹੈ ਹੋਣੀ ਬਣਦੀ ਹੈ, ਪਰ ਰਾਹੁਲ ਗਾਂਧੀ ਦੀ ਬਾਡੀ ਲੈਂਗੁਏਜ ਜਿਹੜੀ ਹੈ ਵਾਕਈ ਬੜੀ ਵੱਖਰੀ ਦਿਖਾਈ ਦਿੱਤੀ ਅੱਜ। ਚਲੋ ਇਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਜਿਹਨੂੰ ਇਹ ਪੱਪੂ ਕਹਿੰਦੇ ਸੀਗੇ ਕਿ ਉਹ ਹੁਣ ਬਾਪੂ ਬਣ ਗਿਆ ਇਹਨਾਂ ਦਾ, ਉਹ ਮਤਲਬ ਥੋੜਾ ਜਿਹਾ ਉਹਦੀ ਪ੍ਰਮੋਸ਼ਨ ਤੇ ਅੱਜ ਹੋਈ ਹੈ ਇਸ ਗੱਲ ਦੀ। ਹੁਣ ਇਹ ਕਹਿਣਾ ਤੇ ਇਹਨਾਂ ਨੂੰ ਮੁਸ਼ਕਲ ਹੋ ਜੂ ਅੱਜ ਦੀ ਸਪੀਚ ਤੋਂ ਬਾਅਦ ਕਿ ਇਹ ਦੇਖੋ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ, ਐਲੀਟ ਕਲਾਸ ਆ, ਵੱਡੇ ਸਕੂਲਾਂ 'ਚ ਪੜ੍ਹੇ, ਬਾਹਰ ਅੰਦਰ ਪੜ੍ਹ ਕੇ ਆ ਗਏ ਤੇ ਥੱਲੇ ਕੱਸ ਕੇ ਤੇ ਆਏ ਨਹੀਂ, ਨਾ ਕੋਈ ਐਜੀਟੇਸ਼ਨਾਂ ਲੜੀਆਂ, ਨਾ ਕੋਈ ਇਹਨਾਂ ਲੀਡਰਾਂ ਨੇ ਜੇਲਾਂ ਕੱਟੀਆਂ। ਤੇ ਪੁਰਾਣੇ ਲੀਡਰ ਸੀਗੇ, ਮਤਲਬ ਨਹਿਰੂ, ਗਾਂਧੀ, ਸਾਰੇ ਧੱਕੇ ਖਾਦੇ ਸੀ ਤੇ ਉਹ ਇੱਕ ਗਰਾਊਂਡ ਨਾਲ ਜੁੜੇ ਹੋਏ ਲੋਕਾਂ ਦੀ ਨਬਜ਼ ਪਛਾਣ ਦੇ ਲੀਡਰ ਸੀ। ਤੇ ਇਹਨਾਂ ਨੂੰ ਕੁਦਰਤੀ ਆਦਾ ਵੀ ਅਨਲਾਈਕ ਮੋਦੀ ਜੀ ਥੱਲਿਓਂ ਪ੍ਰਚਾਰ ਕਰੇ, ਜੁੱਤੀਆਂ ਘਸਾਉਂਦੇ ਰਹੇ। ਹੋ ਸਕਦਾ ਚਾਹ ਵੀ ਵੇਚਦੇ ਹੋਣ, ਨਹੀਂ ਤੇ ਚਲੋ ਕੰਮ ਚੱਲ ਤੇ ਗਿਆ ਹੀ, ਕਹਿ ਲੋਕਾਂ ਨੂੰ ਮਨਾ ਤੇ ਲਿਆਈ ਕਿ ਮੈਂ ਚਾਹ ਵੀ ਵੇਚਦਾ ਰਿਹਾ। ਤੇ ਆਹੋ ਚਲੋ ਕਿਤੇ ਕੱਪ ਫੜਾਤਾ, ਹੁਣ ਇਧਰੋਂ ਉਧਰੋਂ ਫੋਟੋ ਖਿਚਾ ਕੇ ਅੱਜ ਕੱਲ੍ਹ ਲਾ ਦਿੰਦੇ ਆ ਵੀ ਆਹ ਦੇਖੋ ਮੈਂ ਚਾਹ ਵੇਚਦਾ ਸੀਗਾ। ਕਿਹਨੇ ਮਗਰੋਂ ਵੈਰੀਫਾਈ ਕਰਨਾ? ਉਹ ਡਿਗਰੀਆਂ ਹੀ ਨਹੀਂ ਵੈਰੀਫਾਈ ਹੋਈਆਂ ਪ੍ਰਧਾਨ ਮੰਤਰੀ ਦੀਆਂ ਅਜੇ ਤੱਕ, ਉਹ ਦੱਬਤਾ ਸਾਰਾ ਹੀ ਬੜੇ। ਹਾਂ ਇਹ ਕਈ ਚੱਲਦਾ ਰਹਿੰਦਾ। ਚਲੋ ਇਹਦੀ ਕੋਈ ਸਾਨੂੰ ਲੋੜ ਨਹੀਂ, ਅਸੀਂ ਕਿਹੜੀ ਕੋਈ ਨੌਕਰੀ ਦੇਣੀ ਪ੍ਰਧਾਨ ਮੰਤਰੀ ਨੂੰ ਵੀ ਡਿਗਰੀ ਦੀ ਵੈਰੀਫਿਕੇਸ਼ਨ ਕਰਨੀ। ਸਾਡਾ ਤੇ ਇੰਨਾ ਹੀ ਹੈਗਾ ਕਿ ਪ੍ਰਧਾਨ ਮੰਤਰੀ ਵਾਂਗੂ ਬਿਹੇਵ ਕਰਨ, ਇੱਕ ਪਾਰਟੀ ਦੇ ਨੇਤਾ ਵਾਂਗੂ ਪਾਰਟੀਜ਼ਨ ਨਾ ਕਰਨ। ਬਹੁਤੀ ਵਾਰੀ ਉਹ ਭੁੱਲ ਜਾਂਦੇ ਆ, ਉਹਨਾਂ ਨੂੰ ਐਂ ਲੱਗਦਾ ਕਿ ਮੈਂ ਪਾਰਟੀ ਦੀ ਕੰਪੇਨ ਕਰ ਰਿਹਾ ਕਿਤੇ ਅਸਾਮ ਦੇ ਵਿੱਚ ਜਾਂ ਪੱਛਮੀ ਬੰਗਾਲ 'ਚ। ਉਸ ਕਿਸਮ ਦੀ ਭਾਸ਼ਾ ਪਾਰਲੀਮੈਂਟ 'ਚ ਹੋ ਜਾਂਦੀ ਹੈ ਜਿਹੜੀ ਇੱਕ ਅਫਸੋਸਨਾਇਕ ਹੈ। ਇਹ ਜਿਹੜੀ ਤੁਸੀਂ ਇਹਨਾਂ ਦੀ ਕਹੀ ਆ ਗੱਲ ਆਪਣੇ ਰਾਹੁਲ ਜੀ ਦੀ, ਤੇ ਉਹ ਵਾਕਿਆ ਹੀ ਮੈਂ ਵੀ ਸੁਣਿਆ, ਉਹ ਕਈਆਂ ਨੇ ਟੀਵੀਆਂ ਨੇ ਵੀ ਬੜਾ ਦਿਖਾਇਆ ਹਮ ਦੋ ਹਮਾਰੇ ਦੋ ਵਾਲਾ। ਤੇ ਕਿਸੇ ਵੇਲੇ ਫੈਮਿਲੀ ਪਲੈਨਿੰਗ ਦਾ ਇਹੋ ਜਿਹਾ ਨਾਰਾ ਹੁੰਦਾ ਸੀ ਵੀ ਪਾਪੂਲੇਸ਼ਨ ਨਹੀਂ ਵਧਾਉਣੀ। ਤੇ ਇਹਨਾਂ ਦੀ ਦਾਦੀ ਵੀ ਇਸ ਕਿਸਮ ਦੀ, ਉਹ ਕਾਫੀ ਇੱਕ ਵਾਰੀ ਤੇ ਉਹਨੂੰ ਕਾਫੀ ਹਾਰ ਦਾ ਵੀ ਮੂੰਹ ਵੇਖਣਾ ਪਿਆ ਐਮਰਜੈਂਸੀ ਤੋਂ ਬਾਅਦ। ਉਹਦੇ ਵਿੱਚ ਇੱਕ ਕੇਸ ਇਹ ਵੀ ਸੀਗਾ ਜਿਹੜਾ ਫੈਮਿਲੀ ਪਲੈਨਿੰਗ ਜ਼ਬਰਦਸਤੀ ਕੋਟੇ ਲੱਗਦੇ ਸੀ ਉਦੋਂ, ਤੇ ਉਹਨੇ ਕਿਹਾ ਕਿ ਆਹ ਜਿਹੜਾ ਇਸ ਵੇਲੇ ਇਹਨਾਂ ਤੇ ਲਾਉਨੇ ਆ ਹਮ ਦੋ ਹਮਾਰੇ ਦੋ। ਤੇ ਇਹ ਜੁਮਲਾ ਸੀਗਾ, ਹਾਲਾਂਕਿ ਉਹਦਾ ਟੈਂਪਰਾਮੈਂਟ ਨਹੀਂ ਹੈ ਜਿਹੜਾ ਇਹਨਾਂ ਦਾ ਗਾਂਧੀ ਪਰਿਵਾਰ ਦਾ ਜਾਂ ਇਹਨਾਂ ਦਾ ਰਾਹੁਲ ਦਾ ਕੋਈ ਇਹੋ ਜਿਹਾ ਟੈਂਪਰਾਮੈਂਟ ਨਹੀਂ ਹੈਗਾ। ਪਰ ਉਹਨੂੰ ਲੱਗਾ ਕਿ ਇਹ ਸੂਤਰ ਹੀ ਨਹੀਂ ਆਉਂਦੇ,
ਇਹ ਜਿਹੜੇ ਬੰਦੇ ਆ ਜੇ ਇਹਨਾਂ ਦੀ ਭਾਸ਼ਾ 'ਚ ਇਹਨਾਂ ਨੂੰ ਨਾ ਜਵਾਬ ਦਿੱਤਾ ਦਬੰਗੀ ਨਾਲ ਥੱਲੇ ਉਤਰ ਕੇ, ਜਾਣੀ ਜਿੱਥੇ ਉਹ ਸੋਚਦੇ ਉਹਦੇ ਨਾਲ ਥੱਲੇ ਉਤਰ ਕੇ ਧਰਤੀ ਤੇ ਆ ਕੇ ਜਦੋਂ ਅੱਜ ਗਲੇ ਨੂੰ ਹੱਥ ਪਾਇਆ ਤੇ ਮੈਨੂੰ ਲੱਗਾ ਕਿ ਪਤਾ ਲੱਗ ਗਿਆ ਅਗਲੇ ਪਾਸੇ ਵੀ ਕਿ ਬੰਦਾ ਜਾ ਗਿਆ ਵੀ ਹੁਣ ਨਹੀਂ। ਉਹ ਉਹਨਾਂ ਦੀ ਭਾਸ਼ਾ ਜੇ ਮੈਨੂੰ ਪੁੱਛੋ ਤੇ ਟ੍ਰੇਡ ਯੂਨੀਅਨ ਲੀਡਰਾਂ ਵਾਲੀ ਸੀਗੀ, ਜਿਵੇਂ ਟ੍ਰੇਡ ਯੂਨੀਅਨ ਲੀਡਰ ਧੜੱਲੇ ਨਾਲ ਦਬੰਗੀ ਨਾਲ ਅੱਖਾਂ ਕੱਢ ਕੇ ਜੋਸ਼ ਦੇ ਨਾਲ ਬਾਹਾਂ ਬੂਹਾਂ ਮਾਰ ਕੇ ਬੋਲਦੇ ਐਨ। ਹੁਣ ਇੱਕ ਗੱਲ ਦਾ ਜਵਾਬ ਤੇ ਰਜੇਸ਼ ਜੀ ਤੁਸੀਂ ਵੀ ਮੰਨੋਗੇ ਹੋ ਗਿਆ, ਜਦੋਂ ਮੋਦੀ ਆ ਤਾਂ ਮੁਮਕਿਨ ਹੈ, ਨਹੀਂ ਤਾਂ ਕੋਈ ਮੁਮਕਿਨ ਨਹੀਂ। ਇਹ ਜਿਹੜਾ ਨਾਰਾ ਸੀਗਾ ਬੜਾ ਦੇਰ ਤੱਕ ਚੱਲਿਆ, ਮੋਦੀ ਮੋਦੀ ਬੈਠੇ ਉਹ 50-50 ਰੁਪਏ ਲੈ ਕੇ, ਜਿਹੜਾ ਲਾਲੂ ਕਹਿੰਦਾ ਸੀਗਾ ਉੱਥੇ ਅੱਗੇ ਕਰਵਾਈ ਜਾਂਦੇ ਆ, ਉਹਦਾ ਵੀ ਹੋਰ ਕੋਈ ਵਿਕਲਪ ਨਹੀਂ ਹੈਗਾ ਹੈ। ਵੇਅਰ ਵਟ ਇਜ਼ ਦਾ ਅਲਟਰਨੇਟਿਵ ਹੈ, ਦੇयर इज नो ਅਲਟਰਨੇਟਿਵ, ਟੀਨਾ ਫੈਕਟਰ, ਦੇयर इज नो ਅਲਟਰਨੇਟਿਵ, ਇਹਨੂੰ ਟੀਨਾ ਫੈਕਟਰ ਕਹਿੰਦੇ ਸੀ। ਉਹ ਤੇ ਅੱਜ ਰਾਹੁਲ ਨੇ ਇਮਤਿਹਾਨ ਪਾਸ ਕਰ ਲਿਆ ਪਹਿਲੀ ਵਾਰੀ। ਵੈਸੇ ਉਹਨੇ ਪਿਛਲੀਆਂ ਪਾਰਲੀਮੈਂਟ ਚੋਣਾਂ 'ਚ ਵੀ ਇਸ ਕਿਸਮ ਦੀ ਦਬੰਗੀ ਦਿਖਾਈ ਸੀ, ਜਦੋਂ ਉਹਨੇ ਕਿਹਾ ਕਿ ਚੌਕੀਦਾਰ ਚੋਰ ਹੈ, ਕਹਿੰਦਾ ਮੇਰੇ ਨਾਲ ਸਾਰੇ ਕਹੋ, ਬਾਕੀ ਦੇ ਲੀਡਰਾਂ ਨੇ ਕਿਹਾ ਨਹੀਂ ਤੇ ਸ਼ਾਇਦ ਉਦੋਂ ਵੀ ਕੁਝ ਨਾ ਕੁਝ ਚੱਲ ਜਾਂਦਾ ਚੌਕੀਦਾਰ ਚੋਰ। ਇਸੇ ਕਰਕੇ ਉਹਨੇ ਆਪਣੀ ਪ੍ਰਧਾਨਗੀ ਤੋਂ ਪਰਾਂ ਹੋ ਕੇ ਕਿਹਾ ਚੱਕੋ, ਕਹਿੰਦਾ ਤੁਸੀਂ ਤਾਂ ਬੰਦੇ ਹੀ, ਤੁਹਾਡੇ 'ਚ ਦਮਖਮ ਨਹੀਂ ਆ, ਤੁਸੀਂ ਬੋਲੇ ਨਹੀਂ ਮੇਰੇ ਨਾਲ। ਜੇ ਸਾਰੇ ਰੌਲਾ ਪਾਉਂਦੇ ਤੇ ਸ਼ਾਇਦ ਉਹ ਲੇਬਲ ਉਹਦੇ ਨਾਲ ਚਿਪਕੀ ਜਾਂਦਾ, ਪਰ ਉਹ ਉਹਨਾਂ ਤਕੜਾ ਮੌਕਾ ਨਹੀਂ ਸੀ। ਪਰ ਅੱਜ ਦੇ ਭਾਸ਼ਣ ਤੋਂ ਬਾਅਦ ਤੁਹਾਨੂੰ ਇਹ ਸਾਫ਼-ਸਾਫ਼ ਨਜ਼ਰ ਆਉਂਦਾ ਕਿ ਇਹ ਰਾਹੁਲ ਹੁਣ ਉਹ ਰਾਹੁਲ ਨਹੀਂ ਹੈ ਜਿਹੜਾ ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜਾਂ ਈਵਨ 2019 ਦੀਆਂ ਹੀ ਚੋਣਾਂ ਦੇ ਵਿੱਚ ਸੀਗਾ। ਉਦੋਂ ਸ਼ੁਰੂ ਕਰਤਾ ਸੀ ਉਹਨਾਂ ਨੇ, ਜਦੋਂ ਚੌਕੀਦਾਰ ਚੋਰ ਵਾਲਾ ਲਾਇਆ ਸੀ ਨਾ, ਉਦੋਂ ਸ਼ੁਰੂ ਕਰਤਾ ਸੀਗਾ। ਜਾਂ ਰਫਾਲ ਡੀਲ ਦੀਆਂ ਕਾਫੀ ਧੜੱਲੇ ਨਾਲ ਗੱਲਾਂ ਕੀਤੀਆਂ, ਪਰ ਅੱਜ ਦੇ ਜਿਹੜੇ ਤੇਵਰ ਉਹ ਰਾਹੁਲ ਲੱਗ ਗਿਆ। ਹੁਣ ਉਹ ਲੱਗਦਾ ਕਿ ਉਹ ਆਮ ਲੋਕਾਂ ਦਾ ਲੀਡਰ ਆ, ਆਮ ਲੋਕਾਂ ਵਾਂਗੂ ਬੋਲ ਰਿਹਾ ਤੇ ਬੀਜੇਪੀ ਨੂੰ ਉਹ ਜੁਮਲੇਬਾਜ਼ੀ ਦੀ, ਉਹਨਾਂ ਦੀ ਜੁਮਲੇ ਵਾਲੀ ਭਾਸ਼ਾ ਦੇ ਵਿੱਚ ਹੀ ਜਵਾਬ ਦੇ ਰਿਹਾ। ਲੋਕਾਂ ਨੇ ਤਾਲੀਆਂ ਮਾਰੀਆਂ, ਲੋਕਾਂ ਨੇ ਸਵਾਦ ਹੀ ਲੈਣਾ ਹੁੰਦਾ, ਲੋਕਾਂ ਨੂੰ ਪਤਾ ਹੈ ਰਾਜਨੀਤਿਕ ਜਮਾਤ ਸਾਰੀ। ਬਾਕੀ ਪ੍ਰੋਫੈਸਰ ਸਾਹਿਬ ਰਾਹੁਲ ਗਾਂਧੀ ਨੇ ਅੱਜ ਤਿੰਨਾਂ ਬਿੱਲਾਂ ਨੂੰ ਵੀ ਬੜੇ ਤਰੀਕੇ ਨਾਲ ਡਿਫਾਈਨ ਕੀਤਾ, ਬਹੁਤ ਤਰੀਕੇ ਨਾਲ ਉਹਨਾਂ ਨੇ ਇਸ ਦੀ ਜਿਵੇਂ ਕਹਿ ਸਕਦੇ ਕਿ ਪ੍ਰੋਪਰ ਤਿਆਰੀ ਦੇ ਨਾਲ ਅੱਜ ਰਾਹੁਲ ਗਾਂਧੀ ਦਿਖਾਈ ਦਿੱਤੇ। ਉਹਨਾਂ ਨੇ ਤਿੰਨੋਂ ਬਿੱਲਾਂ ਦੇ ਵਿੱਚ ਜੋ ਕਮੀਆਂ ਸੀ ਸਰਕਾਰ ਦੇ ਵੱਲੋਂ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਦੇ ਉੱਤੇ ਵੀ ਬਖੂਬੀ ਆਪਣੀ ਗੱਲਬਾਤ ਜਿਹੜੀ ਹੈ ਉਹ ਰੱਖੀ ਹੈ। ਉਹ ਤੇ ਹੁਣ ਅਨਪੜ੍ਹ ਵੀ ਜਿਹੜੇ ਪਿੰਡਾਂ 'ਚ ਬੈਠੇ ਸਾਰਿਆਂ ਨੂੰ ਪਤਾ ਹੀ ਆ, ਮੋਟੇ ਤੌਰ ਤੇ ਜਿੰਨੀ ਲੋੜ ਆ ਪਤਾ ਲੈਣ ਦੀ ਨਾ, ਉਹ ਸਾਰਿਆਂ ਨੂੰ। ਉਹ ਤੇ ਕੱਲਾ ਇੰਨਾ ਕਿਸਾਨਾਂ ਨੇ ਸਾਰੇ ਮਿਨਿਸਟਰਾਂ ਨੂੰ, ਸਰਕਾਰ ਨੂੰ ਇੰਨਾ ਰੱਟਾ ਲਵਾਤਾ ਹੁਣ ਤੇ ਮੇਰੇ ਖਿਆਲ ਅੱਧੇ ਲੋਕ ਤੇ ਵਕੀਲ ਬਣ ਗਏ ਹੋਣਗੇ ਹੁਣ ਇਹਨਾਂ ਤਿੰਨਾਂ ਕਾਨੂੰਨਾਂ ਦੇ ਉੱਪਰ ਤੇ ਵਕੀਲ ਹੈਗੇ ਆ। ਤੇ ਇਹ ਚੰਗਾ ਕੀਤਾ ਇਹਨਾਂ ਨੇ ਵੀ ਆਪਣੀ ਦੋਹਰ ਪਾਤੀ ਉੱਪਰ। ਕਿਸਾਨਾਂ ਨੂੰ ਇਹ ਲੱਗਦਾ ਕਿ ਸਾਡੇ ਹੱਕ 'ਚ ਧੜੱਲੇ ਨਾਲ ਬੋਲ ਰਿਹਾ, ਜਿਹੜਾ ਮੋਰਨਿੰਗ ਕਰਵਾਉਣਾ, ਕੰਡੋਲੈਂਸ ਕਰਨਾ, ਇਹ ਸਾਰਾ ਇੱਕ ਦਿਲ ਜਿੱਤਣ ਦੀ ਖੇਲ ਹੈਗੀ ਆ। ਔਰ ਪੋਲੀਟੀਕਲ ਬੰਦੇ ਕੀ ਹੋਣ ਜੇ ਉਹਨਾਂ ਨੇ ਆਪਣੇ ਪਬਲਿਕ ਨੂੰ ਆਪਣੀ ਸਾਰੀ ਉਹ ਕਲਾਕਾਰੀ ਦੇ ਨਾਲ, ਜਿਹੜੀ ਸਪੀਚ ਦੀ, ਹੱਥਾਂ ਦੀ, ਬਾਡੀ ਲੈਂਗੁਏਜ ਦੀ, ਸਾਰੇ ਬਿਆਨਾਂ ਦੀ ਕਲਾਕਾਰੀ ਨਾਲ ਲੋਕਾਂ ਨੂੰ ਕੀ ਲਿਆ ਹੀ ਨਹੀਂ, ਉਹਨੇ ਤੇ ਲੋਕ ਮੈਂ ਹੋਏ ਤਾਂ ਫਿਰ ਉਹ ਕਾਹਦੇ ਲੀਡਰ ਆ। ਤੇ ਉਹ ਜਿਹੜੀ ਬੀ ਨੇ ਇਹਨਾਂ ਦੀ ਸੁਰ ਵਾਲੀ ਬਹੁਤ ਸੀ, ਉਹ ਹੁਣ ਮੇਰਾ ਖਿਆਲ ਥੋੜੀ ਜਿਹੀ ਉਹਦੀ ਆਵਾਜ਼ ਠੀਕ ਨਹੀਂ ਮੋਦੀ ਜੀ ਦੀ ਰਹੀ। ਤੁਹਾਨੂੰ ਪਤਾ ਮੋਦੀ ਜੀ ਦੀ ਸਪੀਚ ਤੁਸੀਂ ਸੁਣੀਆਂ, ਕਈ ਸ਼ਬਦ ਉਹ ਵਿੱਚੋਂ ਖਾ ਜਾਂਦੇ ਸੀ, ਉਖੜ ਰਹੇ ਸੀ, ਝੂਠਾ ਜਿਹਾ ਹਾਸਾ ਵੀ ਹੱਸਦੇ ਸੀਗੇ, ਉਹ ਗੱਲ ਨਹੀਂ ਸੀ ਬਣਦੀ। ਤੇ ਉਹ ਜਿਹੜੇ ਆ ਉਹਨਾਂ ਨੂੰ ਇੱਕ ਕਿਸਮ ਦਾ ਬੋਝ ਤੇ ਮਾਨਸਿਕ ਤੌਰ ਤੇ ਦਬਾਅ ਤੇ ਬਹੁਤ ਜ਼ਿਆਦਾ, ਕਿੱਥੇ ਮੈਂ ਹੀਰੋ ਸੀ, ਕਿੱਥੇ ਲੋਕ ਮੇਰੇ ਪਿੱਛੇ ਪਏ, ਰੋਜ਼ ਕਾਰਟੂਨ ਹੀ ਬਣਾ ਕੇ ਹਟਦੇ ਆ। ਉਹ ਦੂਜੇ ਪਾਸੇ ਵੀ ਲਾਈਕ ਡਿਸਲਾਈਕ ਵਾਲਾ ਵੀ ਚੱਕਰ, ਇੱਕ ਵਾਰੀ ਤੁਹਾਨੂੰ ਪਤਾ ਉਹਨਾਂ ਨੇ ਆਪਣਾ ਬਟਨ ਹੀ ਬੰਦ ਕਰਤੇ ਸੀ ਆਪਣੀ ਸਪੀਚ ਦੇ ਵੀ, ਲੋਕੀ ਬਹੁਤੇ ਡਿਸਲਾਈਕ ਆ ਰਹੇ ਸੀ। ਇਹ ਸਾਰੀਆਂ ਅਸਟਰਾਲ ਐਡਾ ਵੱਡਾ ਕੋਈ ਬੰਦਾ ਹੋਵੇ, ਉਹਨਾਂ ਦਾ ਸਟਾਰ ਬੰਦਾ ਬੀਜੇਪੀ ਦਾ ਜਾਂ ਐਨਡੀਏ ਦਾ ਹੀਰੋ ਹੋਵੇ, ਜਿਹਦੇ ਦਿਵਾਲੇ ਸਾਰੀ ਦੁਨੀਆ ਘੁੰਮ ਰਹੀ ਹੈ, ਤਾਂ ਉਹਦੇ ਤੇ ਕੋਈ ਇਹੋ ਜਿਹਾ ਆ ਜੇ ਦਬਾਓ ਇੰਨਾ, ਤੇ ਕੁਦਰਤੀ ਸਾਰੀ ਚੀਜ਼ ਹਿਲਦੀ ਹੈ। ਉਹ ਕੱਲ ਤੁਹਾਨੂੰ ਉਹਨਾਂ ਦੀ ਸਪੀਚ ਮੋਦੀ ਜੀ ਦੀ ਜਿਹੜੀ ਲੋਕ ਸਭਾ 'ਚ ਸੀ ਉਹ ਦਿਖਿਆ, ਤੇ ਅੱਜ ਜਿਹੜੀ ਰਹਿੰਦੀ ਕਸਰ ਸੀ ਉਹ ਰਾਹੁਲ ਨੇ ਪੂਰੀ ਕਰਤੀ। ਹਾਂਜੀ, ਯੂਕੇ ਦੇ ਵਿੱਚ ਵੀ ਬੜੇ ਜੀ ਮੈਂ ਇੱਕ ਗੱਲ ਐਡ ਕਰਨਾ ਚਾਹੁੰਦਾ ਸੀ ਕਿ ਦੇਖੋ ਕਪਿਲ ਸਿੱਬਲ ਪਹਿਲਾਂ ਬੋਲੇ ਨੇ, ਗੁਲਾਮ ਨਬੀ ਆਜ਼ਾਦ ਬੋਲੇ ਨੇ, ਹੋਰ ਬਹੁਤ ਸਾਰੇ ਜਿਹੜੇ ਸੁਲਝੇ ਹੋਏ ਲੀਡਰ ਬੋਲੇ ਨੇ, ਔਰ ਇੱਕ ਪੁਆਇੰਟ, ਇੱਕ ਕਲੌਜ਼ ਤੇ ਉਹਨਾਂ ਨੇ ਗੱਲ ਕੀਤੀ, ਪਰ ਉਹ ਚਰਚਾ ਉਨੀ ਨਹੀਂ ਹੋਈ। ਹੁਣ ਲਬਾਵ ਇਹ ਆ ਕਿ ਇੱਕ ਪਾਸੇ ਕੋਈ ਕਲਾਸੀਕਲ ਸਿੰਗਰ ਆਪਣਾ ਗਾਇਨ ਪੇਸ਼ ਕਰ ਰਿਹਾ ਹੈ, ਇੱਕ ਪਾਸੇ ਸਿੱਧੂ ਮੂਸੇਵਾਲਾ ਹੋਏ, ਤੇ ਲੋਕ ਤਾਂ ਸਿੱਧੂ ਮੂਸੇਵਾਲੇ ਵਾਲੇ ਜਾਣਗੇ ਨਾ। ਰਾਹੁਲ ਗਾਂਧੀ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਲੋਕਾਂ ਦੀ ਨਬਜ਼ ਕੀ ਹੈ, ਲੋਕਾਂ ਦੀ ਨਬਜ਼ ਫੜਨੀ ਚਾਹੀਦੀ ਹੈ। ਇਸ ਕਰਕੇ ਉਹਦਾ ਅੱਜ ਜਿਹੜਾ ਭਾਸ਼ਣ ਸੀਗਾ, ਉਹ ਭਾਸ਼ਣ ਥੋੜਾ ਏਦਾਂ ਦਾ ਸੀਗਾ ਕਿ ਲੋਕੀ ਇਨਵੋਲਵ ਹੋਣ। ਜਿਹੜਾ ਉਹ ਬਾਹਾਂ ਟੰਗਣ ਵਾਲਾ ਜਿਹੜਾ ਸਟਾਈਲ ਸੀ ਨਾ ਪਹਿਲਾਂ, ਉਹ ਚ ਵੀ ਥੋੜੀ ਜਿਹੀ ਤਬਦੀਲੀ, ਹੁਣ ਉਹ ਸਟਾਈਲ ਜਿਹੜਾ ਉਹ ਬਿਲਕੁਲ ਡਿਫਰੈਂਟ ਨਜ਼ਰ ਆਇਆ ਕਿ ਹੁਣ ਲੋਕਾਂ ਨੂੰ ਜਿਹੜਾ ਵਾ ਉਹ ਨਾਲ ਜੋੜਿਆ ਜਾਏ ਤਾਂ ਤਦ ਗੱਲ ਬਣਦੀ। ਉਹਦੇ ਵਿੱਚ ਅੱਜ ਰਾਹੁਲ ਗਾਂਧੀ ਬਿਲਕੁਲ ਸਫਲ ਹੋਏ।
ਬਿਲਕੁਲ, ਕਿਉਂਕਿ ਉਹਦੇ ਵਿੱਚ ਜ਼ਰੂਰਤ ਵੀ ਸੀਗੀ ਰਾਜੇਸ਼ ਜੀ, ਕਿਉਂਕਿ ਜਦੋਂ ਲਗਾਤਾਰ ਪਤਾ ਹੈ ਵੀ ਕਿਸਾਨਾਂ ਨੇ ਵੀ ਸਿਆਸਤਦਾਨ ਪਰੇ ਹੀ ਰੱਖੇ ਹੋਏ ਨੇ। ਹੁਣ ਇਸ ਅੰਦੋਲਨ ਦਾ ਜਿਹੜਾ ਕਿਤੇ ਨਾ ਕਿਤੇ ਇਨਡਾਇਰੈਕਟਲੀ ਫਾਇਦਾ ਜਿਹੜਾ ਉਹ ਤਾਂ ਚੁੱਕਣ ਦੀ ਕੋਸ਼ਿਸ਼ ਸਾਰੀਆਂ ਸਿਆਸੀ ਪਾਰਟੀਆਂ ਨੇ ਕਰਨੀ ਹੈ। ਸੋ ਰਾਹੁਲ ਗਾਂਧੀ ਦਾ ਵੀ ਕਹਿ ਸਕਦੇ ਵੀ ਕੌਨਫੀਡੈਂਸ ਇਹਦੇ ਨਾਲ ਵੀ ਬਿਲਡਅਪ ਹੋ ਗਿਆ, ਕਿਉਂਕਿ ਰਾਹੁਲ ਗਾਂਧੀ ਨੂੰ ਪਤਾ ਹੈ ਵੀ ਹੁਣ ਇਹੀ ਮੌਕਾ ਹੈ। ਕਿਸਾਨਾਂ ਨੇ ਤਾਂ ਉੱਥੇ ਵੜਨ ਨਹੀਂ ਦਿੱਤਾ, ਤੇ ਹੁਣ ਸੰਸਦ ਹੀ ਇੱਕ ਅਜਿਹੀ ਚੀਜ਼ ਹੈ ਜਿੱਥੇ ਧੜੱਲੇ ਨਾਲ ਜੇ ਅੱਜ ਬੋਲੇ ਗਿਆ ਤੇ ਉਹ ਵੀ ਇਤਿਹਾਸ ਦੇ ਵਿੱਚ ਕਿਤੇ ਨਾ ਕਿਤੇ ਦਰਜ ਹੋ ਜਾਊਗਾ, ਜਦੋਂ ਕਿਸਾਨ ਅੰਦੋਲਨ ਦੀ ਜਿਹੜੀ ਹੈ ਉਹ ਗੱਲਬਾਤ ਉਸ ਵਿੱਚ ਲਿਖੀ ਜਾਏਗੀ ਤਾਂ ਰਾਹੁਲ ਗਾਂਧੀ ਦਾ ਜ਼ਿਕਰ ਜ਼ਰੂਰ ਹੋ ਜਾਏਗਾ। ਖੈਰ, ਅੱਗੇ ਜੀ, ਅੱਗੇ ਅਸੀਂ ਮਹਾ ਪੰਚਾਇਤ ਦੀ ਵੀ ਗੱਲ ਕਰ ਲੈਂਦੇ ਹਾਂ। ਇਸ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ, ਮੈਂ ਪੁੱਛਣਾ ਚਾਹਾਂਗੀ ਤੁਹਾਨੂੰ, ਮਤਲਬ ਤੁਸੀਂ ਖਬਰ ਪੜ੍ਹੀ ਹੋਣੀ ਹੈ, ਔਰ ਰਾਜੇਸ਼ ਜੀ ਤੁਸੀਂ ਵੀ ਜ਼ਰੂਰ ਪੜ੍ਹੀ ਹੋਣੀ ਹੈ ਖਬਰ। ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦਾ ਜ਼ਿਕਰ ਕੀਤਾ ਸੀਗਾ ਕਿ ਜਸਟਿਨ ਟਰੂਡੋ ਦੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹਨਾਂ ਦੀ ਗੱਲਬਾਤ ਹੋਈ ਹੈ, ਫੋਨ ਤੇ ਗੱਲਬਾਤ ਹੋਈ ਹੈ। ਜਦੋਂ ਅਸੀਂ ਇਸ ਖਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਟਵੀਟ ਤੇ ਗਏ। ਟਵੀਟ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਮੋਦੀ ਦਾ ਟਵੀਟ ਅਸੀਂ ਦੇਖਿਆ, ਉਸ ਦੇ ਵਿੱਚ ਉਹਨਾਂ ਨੇ ਇਹ ਵਰਡਿੰਗ ਲਿਖੀ ਹੋਈ ਸੀ ਕਿ ਉਹ ਅੱਜ ਜਸਟਿਨ ਟਰੂਡੋ ਨੇ ਉਹਨਾਂ ਨੂੰ ਫੋਨ ਕੀਤਾ ਹੈ, ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਫੋਨ ਆਇਆ ਤੇ ਉਹਨਾਂ ਨੇ ਕਲਾਈਮੇਟ ਦੇ ਉੱਤੇ, ਵਾਤਾਵਰਣ ਦੇ ਉੱਤੇ ਗੱਲ ਕੀਤੀ ਹੈ। ਔਰ ਇਸ ਤੋਂ ਇਲਾਵਾ ਵੈਕਸੀਨ ਨੂੰ ਲੈ ਕੇ ਸਪੈਸ਼ਲੀ ਜਿਹੜੀ ਸਮੱਸਿਆ ਆ ਰਹੀ ਹੈ ਕੈਨੇਡਾ ਦੇ ਵਿੱਚ, ਉਸ ਸੰਬੰਧੀ ਵੀ ਗੱਲਬਾਤ ਹੋਈ ਹੈ ਤੇ ਇਹਨਾਂ ਮੁੱਦਿਆਂ ਦਾ ਜ਼ਿਕਰ ਉਹਨਾਂ ਨੇ ਕੀਤਾ ਟਵੀਟ ਦੇ ਵਿੱਚ। ਪਰ ਅਹਿਮ ਮੁੱਦਾ ਜਿਹੜਾ ਸੀਗਾ ਵੀ ਕਿਸਾਨੀ ਸੰਘਰਸ਼ ਨੂੰ ਲੈ ਕੇ ਵੀ ਜਸਟਿਨ ਟਰੂਡੋ ਨੇ ਸਪੈਸ਼ਲੀ ਉਹਨਾਂ ਨਾਲ ਗੱਲਬਾਤ ਕੀਤੀ ਹੈ, ਇਹ ਜ਼ਿਕਰ ਉਹਨਾਂ ਦੇ ਟਵੀਟ ਦੇ ਵਿੱਚ ਨਹੀਂ ਆਇਆ। ਨਾ ਹੀ ਜਿਹੜਾ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਨੋਟ ਜਾਰੀ ਕੀਤਾ ਗਿਆ, ਉਸ ਦੇ ਵਿੱਚ ਵੀ ਕਿਤੇ ਇਹ ਜ਼ਿਕਰ ਨਹੀਂ ਕੀਤਾ ਗਿਆ। ਜਦੋਂ ਕੈਨੇਡਾ ਦੇ ਵਿੱਚ ਉਸ ਚੀਜ਼ ਦੀ ਬਰੀਫਿੰਗ ਹੋਈ, ਜਦੋਂ ਇੱਥੋਂ ਬਿਆਨ ਜਾਰੀ ਕੀਤਾ ਗਿਆ ਆਫੀਸ਼ੀਅਲ ਸਰਕਾਰ ਦੇ ਵੱਲੋਂ, ਜਸਟਿਨ ਟਰੂਡੋ ਸਰਕਾਰ ਦੇ ਵੱਲੋਂ, ਤਾਂ ਉਹਨਾਂ ਦੇ ਆਫੀਸ਼ੀਅਲ ਬਿਆਨ ਦੇ ਵਿੱਚ ਇਹ ਜ਼ਿਕਰ ਹੋਇਆ ਵੀ ਅੱਜ ਜਿਹੜੀ ਗੱਲਬਾਤ ਹੋਈ ਹੈ ਪ੍ਰਧਾਨ ਉਹਦਾ ਏਜੰਡਾ ਜਿਹੜਾ ਸੀਗਾ ਉਹ ਇਹੀ ਸੀਗਾ ਕਿ ਜਿਹੜਾ ਪੀਸਫੁਲੀ ਪ੍ਰੋਟੈਸਟ ਹੋ ਰਿਹਾ ਹੈ, ਕਿਸਾਨ ਜਿਹੜੇ ਨੇ ਉਹ ਆਪਣਾ ਅੰਦੋਲਨ ਕਰ ਰਹੇ ਨੇ, ਉਸ ਨੂੰ ਲੈ ਕੇ ਜਿਹੜਾ ਇਹ ਗੱਲਬਾਤ ਕੀਤੀ ਗਈ ਹੈ। ਜਦਕਿ ਪ੍ਰਧਾਨ ਮੰਤਰੀ ਮੋਦੀ ਇਸ ਗੱਲ ਨੂੰ ਬਿਲਕੁਲ ਨਾ ਟਵੀਟ ਦੇ ਵਿੱਚ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਤੇ ਨਾ ਵਿਦੇਸ਼ ਮੰਤਰਾਲੇ ਵੱਲੋਂ। ਹੁਣ ਪ੍ਰੋਫੈਸਰ ਸਾਹਿਬ, ਤੁਸੀਂ ਮਾਹਰ ਹੋ ਇਹਨਾਂ ਗੱਲਾਂ ਦੇ, ਹੁਣ ਇਹਦੇ ਵਿੱਚੋਂ ਤੁਸੀਂ ਦੱਸੋ ਵੀ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ, ਕੀ ਇਹ ਕਰਨ ਦੀ ਕੋਸ਼ਿਸ਼, ਹਾਲਾਂਕਿ ਠੀਕ ਹੈ ਮਤਲਬ ਇਹ ਅਸੀਂ ਸਾਰੇ ਜਾਣਦੇ ਹਾਂ ਕਿ ਵੀ ਕਿਉਂ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਬਾਹਰੀ ਤੌਰ ਦੇ ਉੱਤੇ ਜੇ ਇੱਥੋਂ ਦੇ ਪ੍ਰਧਾਨ ਮੰਤਰੀ ਵੀ ਬਾਹਰਲੇ ਮੁਲਕਾਂ ਦੇ ਗੱਲਬਾਤ ਕਰ ਰਹੇ ਨੇ ਤਾਂ ਉਹ ਗੱਲ ਵੀ ਛੁਪਾਈ ਜਾ ਰਹੀ ਹੈ। ਸ਼ਹਿਰੀ, ਜੇ ਤੁਹਾਨੂੰ ਕੋਈ ਇਹ ਕਵੇ, ਆਪਾਂ ਜੇ ਛੋਟੀ ਕਲਾਸ ਚ ਹੋਈਏ, ਸਾਨੂੰ ਬੈਸਟ ਫਰੈਂਡ ਦਾ ਇੱਕ ਐਸੇ ਆਉਂਦਾ ਹੁੰਦਾ ਸੀਗਾ ਤੇ ਉਹ ਪਤਾ ਤੇ ਨਹੀਂ ਹੁੰਦਾ ਸੀ, ਰੱਟੇ ਲਾਏ ਹੁੰਦੇ ਆ ਸੀਗੇ। ਤੇ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਕਹੇ ਕਿ ਮੋਦੀ ਜੀ ਦੇ ਬੈਸਟ ਫਰੈਂਡ ਦਾ ਐਸੇ ਲਿਖੋ, ਤੇ ਕਾਹਦੇ ਤੇ ਲਿਖੋਗੇ? ਟਰੰਪ ਤੇ ਟਰੰਪ ਬਾਰੇ ਜਿਹੜੇ ਉੱਥੋਂ ਦੇ ਲੋਕ ਪੇਪਰ ਆ, ਉਹਨਾਂ ਨੇ ਜਿਹੜਾ ਐਨਾਲਿਸਿਸ ਕਰਕੇ ਦੱਸਿਆ ਕਿ ਕਿੰਨੀ ਵਾਰ ਝੂਠ, ਤੂਫਾਨ, ਕੁਫਰ ਤੋਲਦੇ ਆ ਰੋਜ਼ ਦਿਹਾੜੀ ਦਾ। ਉਹ ਇਹ ਦੋਵੇਂ ਫਰੈਂਡ ਇਹੋ ਜਿਹੇ ਆ, ਮਤਲਬ ਬਹੁਤ ਕਹਿਣਾ ਕੁਛ, ਦਿਖਾਉਣਾ ਕੁਛ, ਸੋਚਣਾ ਕੁਛ, ਔਰ ਲੋਕਾਂ ਨੂੰ ਡਿਲੀਵਰ ਕੁਛ ਹੋਰ ਹੀ ਕਰਨਾ। ਔਰ ਫਿਰ ਇੰਨੇ ਧੜੱਲੇ ਨਾ ਕਰਦੇ ਆ। ਇੱਕ ਟਰਮ ਯੂਜ਼ ਹੁੰਦੀ ਆ ਪੋਸਟ ਟਰੁਥ, ਜਿਹਦਾ ਮਤਲਬ ਇਹ ਆ ਕਿ ਝੂਠ ਭਾਵੇਂ 100% ਪਿਓਰ ਝੂਠ ਹੋਵੇ, ਉਹਨੂੰ ਬੋਲੀ ਜਾਓ ਬੋਲੀ ਜਾਓ ਬੋਲੀ ਜਾਓ, ਉਹ ਸੱਚ ਬਣ ਜਾਂਦਾ। ਇਹ ਪੋਸਟ ਟਰੁਥ ਦਾ ਮਤਲਬ ਹੈ। ਜਿਵੇਂ ਗੋਬਲਸ ਵਾਲਾ ਜਿਹੜਾ ਹੈ ਨਾ, ਜਿਹੜਾ ਪ੍ਰੋਪੇਗੈਂਡਾ ਸੈਕਟਰੀ ਸੀਗਾ ਇਹਦਾ, ਹਿਟਲਰ ਦਾ, ਉਸ ਕਿਸਮ ਦੀਆਂ ਇਹ ਸਾਰੀਆਂ ਗੱਲਾਂ ਹੈਗੀਆਂ। ਮੋਦੀ ਜੀ ਦਾ ਜਾਂ ਬੀਜੇਪੀ ਦਾ ਜਾਂ RSS ਦੀ ਟ੍ਰੇਨਿੰਗ ਇਹ ਆ ਕਿ ਜੋ ਤੁਸੀਂ ਕਰਨਾ ਉਹਨੂੰ ਇਹੋ ਜਿਹਾ ਬਾਹਰ ਮਿੱਠੀ ਗੋਲੀ ਵਾਂਗੂ ਲਾ ਕੇ ਬੋਲੀ ਜਾਓ ਬੋਲੀ ਜਾਓ ਬੋਲੀ ਜਾਓ, ਉਹ ਲੋਕ ਉਸੇ ਤਰੀਕੇ ਨਾਲ ਸੋਚਣ ਲੱਗ ਜਾਂਦੇ ਆ। ਇਹੀ ਗੱਲ ਇਹ ਬਿਆਨਾਂ ਨੂੰ ਤੋੜ ਮਰੋੜ ਕੇ ਕਰਨਾ, ਇਹਦੇ ਨਾਲ ਹੋ ਕੀ ਰਿਹਾ ਕਿ ਮੋਦੀ ਜੀ ਦਾ ਆਪਣਾ ਇਮੇਜ ਵੀ ਡੈਂਟ ਹੋ ਰਿਹਾ, ਭਾਰਤ ਦੀ ਸਰਕਾਰ ਦਾ ਤੇ ਹੋਣਾ ਹੀ ਆ। ਤੁਹਾਨੂੰ ਯਾਦ ਆ ਕਿ ਜਦੋਂ ਪਹਿਲਾਂ ਵੀ ਜਸਟਿਨ ਟਰੂਡੋ ਨੇ ਇੱਥੇ ਦੇ ਫਾਰਮਰ ਦੀ ਐਜੀਟੇਸ਼ਨ ਦੇ ਜਾਂ ਉਹਨਾਂ ਦੀਆਂ ਮੰਗਾਂ ਦੇ ਹੱਕ 'ਚ ਬੋਲਿਆ ਸੀਗਾ, ਤੇ ਇਹਨਾਂ ਨੇ ਅੱਗੇ ਕਿਹਾ ਸੀਗਾ ਕਿ ਸਾਡੀ ਇਹ ਇੰਟਰਨਲ ਮੈਟਰਸ ਦੇ ਵਿੱਚ ਇੰਟਰਫੀਰੈਂਸ ਆ, ਉਹ ਆਪਣੇ ਇਹਦੇ ਸਾਡੇ ਦੋਵਾਂ ਦੇ ਦੇਸ਼ਾਂ ਦੇ ਰਿਸ਼ਤੇ ਦੇ ਉੱਤੇ ਫਰਕ ਪੈ ਸਕਦਾ, ਤੁਸੀਂ ਜਰਾ ਧਿਆਨ ਨਾਲ ਗੱਲ ਕਰੋ। ਅੱਜ ਉਹਨਾਂ ਨੇ ਛੁਪਾ ਹੀ ਲਈ ਜਦੋਂ ਉਹਨਾਂ ਨੇ ਦੁਬਾਰਾ ਕਿਹਾ। ਇਸ ਕਰਕੇ ਸ਼ਹਿਰੀ ਜੀ, ਇਹਨਾਂ ਲੋਕਾਂ ਨੂੰ ਕੋਈ ਬਹੁਤੀ ਪਰਵਾਹ ਨਹੀਂ ਹੁੰਦੀ। ਇਹ ਕਹਿੰਦੇ ਆ ਲੈ ਅਸੀਂ ਖਾਧੀਆਂ ਪੀਤੀਆਂ, ਦੋ ਖਾਧੀਆਂ ਪਈਆਂ ਦੋ ਵਿਸਰ ਗਈਆਂ, ਇਹ ਪੰਜਾਬੀ 'ਚ ਹੈਗਾ ਨਾ ਵੀ ਕੀ ਫਰਕ ਪੈਂਦਾ, ਢੀਠ ਜੇ ਹੋ ਜਾਂਦੇ ਆ। ਇਹ ਬਹੁਤੇ ਪੋਲੀਟੀਸ਼ੀਅਨ ਇੰਝ ਹੁੰਦੇ ਆ, ਪਰ ਇਹ ਵੀ ਸਾਡੇ ਜਿਹੜੇ ਪ੍ਰਧਾਨ ਪੋਲੀਟੀਸ਼ੀਅਨ ਹੈਗੇ ਆ, ਇਹਨਾਂ ਦਾ ਵੀ ਇਹੀ ਹਾਲ ਆ। ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ। ਬਾਕੀ ਦੇਸ਼ਾਂ ਵਿੱਚ ਤੁਹਾਡਾ ਰੈਪੂਟੇਸ਼ਨ, ਇਮੇਜ ਲਾਰਜੈਸਟ ਡੈਮੋਕ੍ਰੇਸੀ ਦਾ ਫਿਰ ਉਹ ਬਹੁਤਾ ਚੰਗਾ ਨਹੀਂ ਰਹਿੰਦਾ। ਜੋ ਕੁਝ ਹੈ ਉਹ ਗੱਲ ਕਹਿਣੀ ਚਾਹੀਦੀ ਹੈ। ਨਾਲੇ ਇੰਟਰਫੀਰੈਂਸ ਕਿਵੇਂ ਆ, ਤੁਸੀਂ ਮੈਨੂੰ ਇਹ ਦੱਸੋ। ਅਸੀਂ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਜਿਹੜਾ ਉਹਨਾਂ ਦਾ ਵਿੰਗ ਹੈਗਾ, ਉਹਦੇ ਸਿਗਨੇਚਰੀ ਹੈਗੇ ਆ। ਅਸੀਂ ਕਿਸਾਨਾਂ ਦੇ ਬਾਰੇ 17 ਦਸੰਬਰ 2018 ਨੂੰ ਜਿਹੜਾ
ਉੱਥੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ 'ਚ ਰੈਜ਼ੋਲੂਸ਼ਨ ਕਿਸਾਨਾਂ ਦੇ ਨਾਲ ਕੋਈ ਵੀ ਉਹਨਾਂ ਤੇ ਐਕਟ ਬਣਾਉਣਾ, ਉਹਦੇ ਤੇ ਵੀ ਸਿਗਨੇਚਰੀਆਂ, ਇਹ ਬਿਲਕੁਲ ਗਲਤ ਕੀਤੇ, ਤਿੰਨੇ ਐਕਟ ਲੈ ਕੇ ਆਏ। ਹੁਣ ਜਦੋਂ ਇਹ ਚੇਤਾ ਕਰਾ ਕੇ ਐਂਟੋਨੀਓ ਗੈਟਰੇਸ ਜਿਹੜੇ ਯੂਨਾਈਟਿਡ ਨੇਸ਼ਨ ਦੇ ਹੈੱਡ ਆ, ਜਾਂ ਜਸਟਿਨ ਟਰੂਡੋ, ਜਾਂ ਹੋਰ ਕੋਈ ਇੰਗਲੈਂਡ ਦੇ ਬੋਰਿਸ ਜੌਨਸਨ ਹੋਣ, ਜਾਂ ਕੋਈ ਵੀ ਉੱਥੇ ਦੇ ਬੰਦੇ ਹੋਰ ਹੋਣ, ਢੇਸੀ ਸਾਹਿਬ ਆ ਸਾਡੇ ਲੇਬਰ ਪਾਰਟੀ ਦੇ MP ਹੈਗੇ, ਉਹ ਬਾਰ-ਬਾਰ ਗੱਲ ਨੂੰ ਯਾਦ ਕਰਾਉਂਦੇ, ਕਿਉਂ ਨਹੀਂ ਲੋਕ ਕਹਿਣਗੇ? ਲੋਕ ਜਦੋਂ ਕਹਿ ਰਹੇ ਆ ਹੁਣ ਇਹਨਾਂ ਨੂੰ ਫਿਰ ਇਸ ਗੱਲ ਦਾ ਬੜਾ ਦੁੱਖ ਲੱਗਦਾ। ਨਾਲੇ ਤੁਸੀਂ ਚੋਰ ਨਾਲੇ ਚਤਰ, ਇਹ ਦੋਵੇਂ ਕੰਮ ਨਹੀਂ ਨਾ ਹੋ ਸਕਦੇ। ਤੁਸੀਂ ਧੋਖਾ ਕੀਤਾ ਆ, ਤੁਸੀਂ ਜਿਹੜੇ ਗਲੋਬਲ ਟ੍ਰੀਟੀਜ਼ ਹੋਈਆਂ, ਵਾਅਦੇ ਹੋਏ ਆ, ਉਹਨਾਂ ਨੂੰ ਬਾਈਪਾਸ ਕਰਕੇ ਤੁਸੀਂ ਲੋਕਾਂ ਦੇ ਉੱਤੇ ਆਪਣੇ ਕਾਰਪੋਰੇਟਾਂ ਦੇ ਹੱਕ ਵਿੱਚ ਠੋਸ ਰਹੇ ਆ ਇਹੋ ਜਿਹੇ ਕਾਨੂੰਨ, ਔਰ ਉੱਪਰੋਂ ਇਹ ਕਹਿ ਰਹੇ ਆ, ਮੋਦੀ ਜੀ ਨੇ ਕੀ ਕਿਹਾ, ਦੇਖੋ ਜੀ ਇਹ ਤੇ ਸਾਡਾ ਫਰਜ਼ ਬਣਦਾ ਜੋ ਅਸੀਂ ਕਰ ਰਹੇ ਹਾਂ, ਅਸੀਂ ਤੇ ਜੇ ਲੋਕਾਂ ਦੀ ਸੇਵਾ ਕਰਨੀ ਹੈ ਤੇ ਲੋਕਾਂ ਨੂੰ ਪੁੱਛ ਕੇ ਥੋੜੀ ਕਰਨੀ ਆ, ਉਹਨਾਂ ਨੂੰ ਬਿਨਾਂ ਪੁੱਛਿਆ ਅਸੀਂ ਉਹਨਾਂ ਦੇ ਸਿਰ ਤੇ ਥੋਪ ਦੇਣੀ ਆ ਸੇਵਾ ਆਪਣੀ, ਕਿ ਇਹੀ ਤੁਹਾਨੂੰ ਚੰਗਾ। ਜੇ ਲੋਕ ਕਹਿੰਦੇ ਕਿ ਇਹ ਤੇ ਮਿਰਚ ਕੌੜੀ ਆ, ਲੈ ਇਹ ਤੇ ਮਿੱਠੀ ਮਿਰਚ ਆ, ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ, ਤਾਂ ਅਸੀਂ ਜਦੋਂ ਅਸੀਂ ਕਹਿਤਾ ਮਿੱਠੀ ਹੈ, ਤੁਸੀਂ ਇਹਨੂੰ ਮਿੱਠੀ ਕਹੋ। ਇਹ ਕੰਮ ਮੋਦੀ ਜੀ ਨੇ ਕੱਲ ਆਪਣੀ ਸਪੀਚ ਵੀ ਕਿਹਾ ਕਿ ਅਸੀਂ ਜੋ ਲੋਕਾਂ ਦਾ ਭਲਾ ਕਰਨਾ, ਭਲੇ ਦਾ ਮਤਲਬ ਲੋਕਾਂ ਨੂੰ ਦਬਾਉਣਾ, ਲੋਕਾਂ ਨੂੰ ਕੁੱਟਣਾ ਮਾਰਨਾ, ਤੁਹਾਨੂੰ ਪੁੱਛ ਕੇ ਨਹੀਂ ਕਰਨਾ। ਜਦੋਂ ਸਾਡੇ ਹੱਥ ਡੰਡਾ ਹੋਇਆ ਅਸੀਂ ਮਾਰਾਂਗੇ ਤੁਹਾਨੂੰ, ਇਹ ਤੁਸੀਂ ਸਾਨੂੰ ਵੋਟਾਂ ਕਿਉਂ ਪਾਈਆਂ? ਉਹ ਇਸ ਗੱਲ ਦਾ ਲੋਕਾਂ ਨੂੰ ਯਾਦ ਦਿਲਾਉਣਾ ਚਾਹੁੰਦੇ ਆ ਕਿ ਤੁਸੀਂ ਮੈਨੂੰ ਪ੍ਰਧਾਨ ਮੰਤਰੀ ਕਿਉਂ ਬਣਾਇਆ, ਹੁਣ ਬਣਾਇਆ ਤੇ ਹੁਣ ਚੱਲੋ। ਇਹ ਉਹਨਾਂ ਦੀ ਸਪੀਚ ਦਾ ਸਾਰੰਸ਼ ਸੀ। ਇਹੋ ਹੀ ਗੱਲ ਸਾਰੀ ਦੁਨੀਆ ਦੇ ਵਿੱਚ ਵੀ ਅਪਲਾਈ ਹੋ ਰਿਹਾ। ਇਹ ਮਾੜੀ ਗੱਲ ਹੈਗੀ। ਬਿਲਕੁਲ ਜਿੱਥੇ ਭਾਰਤ ਦੀ ਸੰਸਦ ਦੇ ਵਿੱਚ ਜਦੋਂ ਅਸੀਂ ਦੇਖਿਆ ਰਾਹੁਲ ਗਾਂਧੀ ਦੀ ਅਸੀਂ ਗੱਲ ਕਰ ਰਹੇ ਹਾਂ ਵੀ ਉਹਨਾਂ ਦੀ ਬਾਡੀ ਲੈਂਗੁਏਜ ਬੜੀ ਅੱਜ ਚੇਂਜ ਸੀਗੀ, ਬਹੁਤ ਗਰਜੇ, ਬਹੁਤ ਕਈ ਦਿਨਾਂ ਤੋਂ ਜਿਹੜੀ ਸੰਸਦ ਦੀ ਕਾਰਵਾਈ ਕਾਫੀ ਪੱਕੀ ਹੋਈ ਹੈ ਕਿਸਾਨਾਂ ਦੇ ਮੁੱਦੇ ਕਰਕੇ। ਉੱਥੇ UK ਦੀ ਸੰਸਦ ਦੇ ਵਿੱਚ ਵੀ ਜਿਹੜਾ ਤਨਮਨਜੀਤ ਸਿੰਘ ਢੇਸੀ ਹੋਰੀ ਨੇ, ਉਹਨਾਂ ਨੇ ਫਿਰ ਤੋਂ ਇਸ ਮੁੱਦੇ ਨੂੰ ਚੁੱਕਿਆ ਹੈ। ਬਕਾਇਦਾ ਉੱਥੇ ਜਿੰਨੇ ਸੰਸਦ ਮੈਂਬਰ ਨੇ ਉਹਨਾਂ ਨੇ ਤਕਰੀਬਨ ਉਸ ਦੇ ਵਿੱਚ ਆਪਣੀ ਗੱਲ ਰੱਖੀ ਹੈ, ਤੇ ਨਾਲ ਹੀ ਉਹਨਾਂ ਨੇ ਪਟੀਸ਼ਨ ਜਿਹੜੀ ਇੱਕ ਹੈ ਉਹ ਸਾਈਨ ਕਰਕੇ ਜਿਹੜੀ ਹੈ ਉਹ ਵੀ ਸੰਸਦ ਦੇ ਵਿੱਚ ਉਸ ਦਾ ਜ਼ਿਕਰ ਕੀਤਾ ਤੇ ਉਹ ਪੇਸ਼ ਕੀਤੀ ਹੈ। ਔਰ ਬ੍ਰਿਟੇਨ ਨੇ ਗੱਲ ਕਹੀ ਵੀ ਹੈ ਵੀ ਭਾਰਤ ਦੇ ਵਿੱਚ ਜਿਹੜਾ ਸਾਡੇ ਰਿਸ਼ਤੇ ਬਹੁਤ ਚੰਗੇ ਨੇ ਭਾਰਤ ਦੇ ਨਾਲ, ਤੇ ਜਿਹੜਾ ਅਸੀਂ ਭਾਰਤ ਦੇ ਅੰਦੋਲਨ ਨੂੰ ਜਿਹੜਾ ਚੱਲ ਰਿਹਾ ਇਸ ਵੇਲੇ ਕਿਸਾਨਾਂ ਦਾ, ਉਸ ਤੇ ਪੂਰੀ ਨਜ਼ਰ ਜਿਹੜੀ ਹੈ ਬਣੀ ਹੋਈ ਹੈ। ਰਾਜੇਸ਼ ਜੀ, ਮਹਾਪੰਚਾਇਤ ਦੀ ਗੱਲ ਕਰ ਲੈਂਦੇ ਹਾਂ, ਬਹੁਤ ਵੱਡੀ ਤੇ ਪਹਿਲੀ ਕਹਿ ਸਕਦੇ ਹਾਂ ਅਸੀਂ ਜਿਹੜੀ ਜਗਰਾਉਂ ਦੇ ਵਿੱਚ ਕਿਸਾਨ ਮਹਾਪੰਚਾਇਤ ਹੋਈ, ਬਹੁਤ ਇਕੱਠ ਹੋਇਆ ਉੱਥੇ, ਬਹੁਤ ਸਾਰੇ ਕਲਾਕਾਰ ਪਹੁੰਚ ਗਏ, ਵਕੀਲ ਪਹੁੰਚ ਗਏ, ਬਹੁਤ ਲੋਕ ਦੇਖਣ ਨੂੰ ਮਿਲ ਰਹੇ, ਔਰ ਇਹ ਤਸਵੀਰਾਂ ਵੀ ਇਸ ਵੇਲੇ ਮਹਾਪੰਚਾਇਤ ਦੀਆਂ ਦੇਖੀਆਂ ਜਾ ਰਹੀਆਂ ਨੇ ਇੱਥੇ। ਤੇ ਰਾਜੇਸ਼ ਜੀ, ਲੋਕ ਜਦੋਂ ਮਹਾਪੰਚਾਇਤ ਦਾ ਹਿੱਸਾ ਬਣਨ ਪਹੁੰਚੇ, ਕਾਲ ਪਹਿਲਾਂ ਹੀ ਲੋਕਾਂ ਨੂੰ ਮਿਲ ਚੁੱਕੀ ਸੀ ਕਿ ਇੰਨੀ ਤਰੀਕ ਨੂੰ ਜਿਹੜੀ ਮਹਾਪੰਚਾਇਤ ਜਿਹੜੀ ਹੋਣ ਜਾ ਰਹੀ ਹੈ, ਕਿਵੇਂ ਲੋਕਾਂ ਵੱਲੋਂ ਤਿਆਰੀ ਖਿੱਚੀ ਗਈ, ਕਿੰਨੀ ਗਿਣਤੀ ਦੇ ਵਿੱਚ ਲੋਕ ਪਹੁੰਚੇ, ਕੀ ਅਹਿਮ ਜਾਣਕਾਰੀ ਇਸ ਮਹਾਪੰਚਾਇਤ ਨੂੰ ਲੈ ਕੇ ਸਾਹਮਣੇ ਆਈ ਹੈ? ਦੇਖੋ, ਇਹ ਮਹਾਪੰਚਾਇਤ ਜਿਹੜੀ ਆ ਪ੍ਰਚਾਰਿਆਂ ਦਾ ਕਾਫੀ ਦਿਨਾਂ ਤੋਂ ਜਾ ਰਿਹਾ ਸੀ, ਔਰ ਬੜੀ ਆਸ ਸੀ ਲੋਕਾਂ ਨੂੰ ਕਿ ਇਹ ਵੱਡੀ ਮਹਾਪੰਚਾਇਤ ਹੋਏਗੀ, ਪਰ ਆਸ ਤੋਂ ਵੀ ਵੱਧ ਮੈਂ ਕਹਿੰਦਾ ਕਿ ਲੋਕ ਉੱਥੇ ਪਹੁੰਚੇ, ਔਰ ਜਿੰਨੀ ਉਮੀਦ ਪ੍ਰਸ਼ਾਸਨ ਕਰ ਰਿਹਾ ਸੀ ਉਸ ਤੋਂ ਕਿਤੇ ਵੱਧ ਉਹਨਾਂ ਨੂੰ ਜ਼ਿਆਦਾ ਉੱਥੇ ਇੰਤਜ਼ਾਮਾਤ ਕਰਨ ਦੇ ਵਿੱਚ ਲੱਗਣਾ ਪਿਆ। ਔਰ ਇੱਥੋਂ ਤੱਕ ਕਿ ਪੁਲਿਸ ਨੂੰ ਵੀ ਕਾਫੀ ਮੁਸ਼ਕਲਾਂ ਆਈਆਂ ਉਸ ਤੇ ਇੰਤਜ਼ਾਮਾਤ ਕਰਨ ਦੇ ਵਿੱਚ, ਕਿਉਂਕਿ ਕਿਸਾਨ ਤਾਂ ਹੈ ਸ਼ਾਂਤਮਈ ਢੰਗ ਨਾਲ ਉੱਥੇ ਜਿਹੜੀਆਂ ਸਪੀਚਾਂ ਹੋਈਆਂ, ਸ਼ਾਂਤਮਈ ਢੰਗ ਨਾਲ ਸਾਰਾ ਕੁਝ ਹੋਇਆ, ਪਰ ਉਸਦੇ ਬਾਵਜੂਦ ਹੱਥਾਂ ਪੈਰਾਂ ਦੀ ਤਾਂ ਪਈ ਹੋਈ ਸੀ ਸਾਰਿਆਂ ਨੂੰ, ਕਿਉਂਕਿ ਇਕੱਠ ਬਹੁਤ ਵੱਡਾ ਸੀ, ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਜਿਹੜੇ ਉੱਥੇ ਪਹੁੰਚੇ ਹੋਏ ਸਨ। ਔਰ ਉੱਥੇ ਦੇਖੋ ਜਿਹੜੀਆਂ ਸਪੀਚਾਂ ਹੋਈਆਂ, ਜਿੰਨੀਆਂ ਸਾਰੀਆਂ ਸਪੀਚਾਂ ਹੋਈਆਂ, ਉਹ ਸਾਰੀਆਂ ਸਪੀਚਾਂ ਦੇ ਵਿੱਚ ਜਿਹੜਾ ਬੜਾ ਇੱਕ ਸੰਜੀਦਗੀ ਜਿਹੜੀ ਨਜ਼ਰ ਆ ਰਹੀ ਸੀ, ਔਰ ਲੋਕ ਸੰਜੀਦਗੀ ਨਾਲ ਸੁਣਦੇ ਸੀ, ਬੈਠ ਕੇ ਦੇਖ ਰਹੇ ਸੀ ਸਾਰੀਆਂ ਚੀਜ਼ਾਂ ਜਿਹੜੀਆਂ। ਔਰ ਜਿਸ ਤਰ੍ਹਾਂ ਦੀਆਂ ਮਹਾਪੰਚਾਇਤ ਅਸੀਂ ਦੂਸਰੇ ਪ੍ਰਦੇਸ਼ਾਂ 'ਚ ਦੇਖੀਆਂ ਕਿ ਮਹਾਪੰਚਾਇਤ ਬੜੀ ਵੱਡੀ ਇਕੱਠ ਹੋਏ, ਉਹ ਵੀ ਉਸੇ ਤਰੀਕੇ ਦਾ ਇਕੱਠ ਸੀ, ਔਰ ਉਸੇ ਤਰੀਕੇ ਨਾਲ ਸੰਜੀਦਗੀ ਨਾਲ ਤੇ ਬੜੇ ਉਤਸ਼ਾਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਸੀ ਪੂਰਾ ਇਕੱਠ ਹੋਇਆ, ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਇੱਥੇ ਪਹੁੰਚੇ, ਤਾਂ ਉਹੀ ਇੱਕ ਫੈਸਲਾ ਇੱਕ ਵਾਰ ਫਿਰ ਲਿਆ ਗਿਆ ਕਿ ਇਹ ਅੰਦੋਲਨ ਜਿਹੜਾ ਹੈ ਉਹ ਲਗਾਤਾਰ ਜਾਰੀ ਆ। ਔਰ ਇਹ ਗੱਲ ਕਹੀ ਗਈ ਕਿ ਹੁਣ ਕਿਉਂਕਿ ਕਿਸਾਨ ਭੱਜੇ ਨਹੀਂ ਗੱਲਬਾਤ ਕਰਨ ਤੋਂ, ਔਰ ਇਹੀ ਗਈ ਹੈ ਕਿ ਹੁਣ ਜੇ ਕੋਈ ਸੱਦਾ ਆਉਂਦਾ ਹੈ ਸਰਕਾਰ ਵੱਲੋਂ ਤਾਂ ਉਹ ਗੱਲਬਾਤ ਕਰਨ ਵਾਸਤੇ ਜ਼ਰੂਰ ਜਾਣਗੇ। ਮੁੱਦਾ ਉਹਨਾਂ ਦਾ ਜੋ ਹੈ ਉਹ ਹੀ ਮੁੱਦਾ ਰਹੇਗਾ, ਉਸੇ ਤਰੀਕੇ ਨਾਲ ਗੱਲਬਾਤ ਕੀਤੀ ਜਾਵੇਗੀ। ਪਰ ਹੁਣ ਦੇਖਿਆ ਸਰਕਾਰ ਵੱਲ ਜਾ ਰਿਹਾ ਹੈ ਕਿ ਸਰਕਾਰ ਕੋਈ ਸੱਦਾ ਦੇਵੇ, ਕਿਉਂਕਿ ਅੱਜ ਰਾਜੇਵਾਲ ਸਾਹਿਬ ਨੇ ਵੀ ਇਹ ਕਿਹਾ ਕਿ ਉਹ ਨੰਬਰ ਤੇ ਕਹਿੰਦੇ ਸੀ ਕਿ ਮੈਂ ਇੱਕ ਕਾਲ ਦੀ ਦੂਰੀ ਤੇ ਆ, ਪਰ ਉਹ ਨੰਬਰ ਅੱਜ ਤੱਕ ਦਿੱਤਾ ਨਹੀਂ। ਉਹ ਫੋਨ ਕਰਕੇ ਹੀ ਦੱਸਣਗੇ ਨਾ ਕਿ ਇਸ ਨੰਬਰ ਤੇ ਗੱਲ ਕਰੋ, ਜਾਂ ਕੋਈ ਨਾ ਕੋਈ ਸੱਦਾ ਆਊਗਾ ਤੇ ਫਿਰ ਹੀ ਉਹ ਗੱਲ ਕਰਨ ਨੂੰ ਤਿਆਰ ਹੋਣਗੇ। ਸੋ ਕੁੱਲ ਮਿਲਾ ਕੇ ਬਹੁਤ ਸਫਲ ਜਿਹੜੀ ਇਹ ਮਹਾਪੰਚਾਇਤ ਸੀ, ਜਿਸ ਦਾ ਅਸਰ ਜ਼ਰੂਰ ਵੇਖਣ ਨੂੰ ਮਿਲੇਗਾ। ਬਿਲਕੁਲ ਪ੍ਰੋਫੈਸਰ ਸਾਹਿਬ, ਜਿੰਨੀ ਮਹਾਪੰਚਾਇਤ ਦੇ ਵਿੱਚ ਅੱਜ ਇਕੱਠ ਹੋਇਆ, ਜਿੰਨੇ ਲੋਕ ਇੱਥੇ ਪਹੁੰਚੇ ਹੋਏ, ਵਾਕਈ ਜਿਵੇਂ ਰਾਜੇਸ਼ ਜੀ ਕਹਿ ਰਹੇ ਨੇ, ਚੈਲੰਜ ਤਾਂ ਸੀਗਾ ਹੀ ਕਿ ਸ਼ਾਂਤੀਪੂਰਵਕ ਤਰੀਕੇ ਨਾਲ ਹੀ ਸਾਰਾ ਕੁਝ ਹੋ ਜਾਏ, ਕੋਈ ਵੀ ਇੱਥੇ
ਉਸ ਤਰੀਕੇ ਨਾਲ ਮਾਹੌਲ ਨਾ ਬਣ ਜਾਏ ਕਿ ਲੋਕ ਆਪੇ ਤੋਂ ਬਾਹਰ ਹੋ ਜਾਣ, ਕਿਉਂਕਿ ਇੰਨਾ ਇਕੱਠ ਇੱਥੇ ਹੋਇਆ। ਇਹੋ ਜਿਹੇ ਹੀ ਚੈਲੰਜ ਅੱਗੇ ਨੇ ਜਿੱਥੇ ਕਿਸਾਨਾਂ ਨੇ ਪ੍ਰੋਗਰਾਮ ਜਿਹੜਾ ਹੈ ਆਪਣਾ ਜਾਰੀ ਕਰ ਦਿੱਤਾ ਹੈ 12 ਤਰੀਕ ਤੋਂ ਲੈ ਕੇ 19 ਤਰੀਕ ਤੱਕ ਦਾ, ਜਦੋਂ ਖਾਸ ਕਰਕੇ 18 ਤਰੀਕ ਨੂੰ ਵੀ ਰੇਲ ਰੋਕੋ ਜਦੋਂ ਚੱਲਣਾ ਹੈ ਪ੍ਰੋਗਰਾਮ ਤਾਂ। ਤੇ ਇਸ ਲਈ ਚੈਲੰਜ ਜਿਹੜੇ ਨੇ ਹੁਣ ਇਹਨਾਂ ਪ੍ਰੋਗਰਾਮਾਂ ਨੂੰ ਲੈ ਕੇ ਵੀ ਬਣੇ ਰਹਿਣਗੇ। 26 ਤਰੀਕ ਤੋਂ ਬਾਅਦ, 26 ਜਨਵਰੀ ਵਾਲੇ ਪ੍ਰੋਗਰਾਮ ਤੋਂ ਬਾਅਦ ਖਾਸ ਤੌਰ ਤੇ ਹੁਣ ਜਦੋਂ ਵੀ ਇਕੱਠ ਲੋਕਾਂ ਦਾ ਹੋ ਰਿਹਾ ਹੈ ਕਿਸਾਨਾਂ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ, ਤਾਂ ਉਸਨੂੰ ਤਰੀਕੇ ਨਾਲ ਤੇ ਸ਼ਾਂਤੀਪੂਰਵਕ ਖਾਸ ਕਰਕੇ ਤਰੀਕੇ ਨਾਲ ਜਿਹੜਾ ਹੈ ਨੇਪਰੇ ਚਾੜਨਾ ਇੱਕ ਬਹੁਤ ਵੱਡੀ ਚੁਣੌਤੀ ਰਹੇਗੀ। ਸ਼ਹਿਰੀ ਜਿਹੜਾ 26 ਜਨਵਰੀ ਦਾ ਵੀ ਹੋਇਆ ਉਹ ਸਰਕਾਰ ਦੀ ਪੰਜਾਬ ਨੂੰ ਖਾਸ ਕਰਕੇ ਬਦਨਾਮ ਕਰਨ ਦੀ ਔਰ ਪੂਰੇ ਸੰਘਰਸ਼ ਦੀ ਕਿਸੇ ਕਿਸਮ ਨਾਲ ਡਾਈਵਰਸ਼ਨ ਕਰਨ ਦੀ, ਲੋਕਾਂ ਨੂੰ ਉਹਨੂੰ ਟਰੈਕ ਤੋਂ ਥੱਲੇ ਲਾਉਣ ਦੀ ਇੱਕ ਕੋਸ਼ਿਸ਼ ਸੀਗੀ। ਉਹਦੇ ਵਿੱਚ ਪੁਲਿਸ ਦਾ ਰੋਲ ਸਾਫ਼ ਦਿਖਦਾ ਆ। ਉਹਨਾਂ ਨੇ ਕਿਸੇ ਨੂੰ ਰੋਕਿਆ ਹੀ ਨਹੀਂ। ਕਿਹਨੇ ਰੋਕਣਾ ਸੀ ਉੱਧਰ ਜਾਣ ਤੋਂ? ਵੀ ਪੁਲਿਸ ਨੇ ਰੋਕਣਾ ਸੀ ਨਾ। ਪੁਲਿਸ ਨੇ ਇੱਕ ਰੂਟ ਤੈਅ ਕੀਤਾ ਸੀਗਾ, ਕਿਉਂ ਉਹਨਾਂ ਨੇ ਜਾਣ ਦਿੱਤਾ? ਕਿਉਂ? ਲੋਕਾਂ ਨੂੰ ਪਤਾ ਨਹੀਂ ਹੁੰਦਾ। ਲੋਕ ਕਿਤੇ ਦਿੱਲੀ ਦੇ ਜਾਂ ਉਹਨਾਂ 'ਚ ਸੜਕਾਂ ਦੇ ਵਾਕਫ ਥੋੜੀ ਆ। ਜਦੋਂ ਇੱਕ ਵਾਰੀ ਲੋਕ ਚੱਲ ਪਏ, ਲੋਕ ਉਹਨਾਂ ਦੀ ਪੂਛ ਫੜ ਕੇ ਅੱਗੇ ਅੱਗੇ ਅੱਗੇ, ਜਿਵੇਂ ਕੀੜੀਆਂ ਦੀ ਲਾਈਨ ਲੱਗੀ ਹੁੰਦੀ, ਜਿਹੜੀ ਅੱਗੇ ਕੀੜੀ ਆ, ਪਿਛਲੀਆਂ ਕੀੜੀਆਂ ਅਗਲੀ ਨੂੰ ਵੇਖ ਕੇ ਤੁਰੀ ਜਾਂਦੀਆਂ, ਉਦੋਂ ਪਿੱਛੇ ਉਦੋਂ ਪਿੱਛੇ ਉਦੋਂ ਪਿੱਛੇ। ਉਹ ਕਿਸੇ ਨੇ ਪੁਲਿਸ ਵਾਲੇ ਉਹਨਾਂ ਨੂੰ ਰੋਕਿਆ ਕਿ ਭਲਿਓ ਲੋਕੋ ਤੁਸੀਂ ਗਲਤ ਪਾਸੇ ਜਾ ਰਹੇ ਆ, ਸਗੋਂ ਜਿਹੜੇ ਸਹੀ ਪਾਸੇ ਜਾ ਰਹੇ ਸੀ ਉਹਨਾਂ ਨੂੰ ਦੂਜੇ ਪਾਸੇ ਤੋਰਿਆ। ਇਸ ਕਰਕੇ ਜਿਹੜਾ ਉਹ ਹੋਇਆ ਉਹ ਤੇ ਆਪਣੇ ਆਪ 'ਚ ਬਹੁਤ ਵੱਡੀ ਇਨਵੈਸਟੀਗੇਸ਼ਨ ਉਹ ਮੈਨੂੰ ਤਾਂ ਲੱਗਦਾ ਕਿ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਹੋਇਆ। ਕਿੰਨੀ ਭੂਮਿਕਾ ਨਿਭਾਈ ਉਹ ਸਾਹਮਣੇ ਆਉਣਾ ਚਾਹੀਦਾ। ਤਾਂ ਹੀ ਅਸੀਂ ਕਹਿੰਦੇ ਕਿ ਉਹਦੀ ਪੂਰੀ ਤਹਿਕੀਕਾਤ ਹੋਣੀ ਚਾਹੀਦੀ। ਉਹ ਛੋਟੀ ਗੱਲ ਨਹੀਂ ਸੀ। ਐਡੇ ਵੱਡੇ ਐਜੀਟੇਸ਼ਨ ਨੂੰ, ਐਡੇ ਵੱਡੇ ਜਿਹੜਾ ਦੁਨੀਆ ਦਾ ਪ੍ਰਸਿੱਧ ਸ਼ਾਂਤਮਈ ਸੰਘਰਸ਼ ਆ, ਉਸ ਨੂੰ ਤੁਸੀਂ ਥੱਲੇ ਲਾਉਣਾ, ਕੱਚੇ ਲਾਉਣਾ ਚਾਹੁੰਦੇ ਸੀਗੇ। ਇਸ ਲਈ ਕਿਸਾਨਾਂ ਵੱਲੋਂ ਕੋਈ ਉਹਦੇ 'ਚ ਰੋਲ ਨਹੀਂ ਹੈਗਾ। ਮੈਂ ਇਹ ਗੱਲ ਕਹਿਣੀ ਚਾਹੁੰਦਾ ਆ। ਕਿਸਾਨਾਂ ਦੀ ਪਹਿਲਾਂ ਵੀ ਉਹ ਜ਼ਿੰਮੇਵਾਰ ਰਹੇ ਆ। 5 ਮਹੀਨਿਆਂ ਤੋਂ ਬਾਅਦ ਐਜੀਟੇਸ਼ਨ ਹੋਈ ਆ। ਇੱਥੇ ਰੇਲ ਟਰੈਕ ਤੇ ਕਿੰਨਾ ਚਿਰ ਬੈਠੇ ਰਹੇ ਆ? ਕਿਸੇ ਨੇ ਕਿਤੇ ਕੋਈ ਮਾੜੀ ਜੀ ਗੱਲ ਨਹੀਂ, ਕਿਸੇ ਇੱਕ ਵੀ ਗੱਡੀ ਨੂੰ, ਰੇਲ ਗੱਡੀ ਨੂੰ ਕੋਈ ਮੜ ਜਾ ਪੱਥਰ ਵੀ ਮਾਰਿਆ। ਨਾਲੇ ਪੱਥਰ ਰੇਲ ਟਰੈਕ ਤੇ ਇੰਨੇ ਪਏ ਹੁੰਦੇ ਆ। ਕੁਛ ਨਹੀਂ ਇਹੋ ਜਿਹਾ ਹੋਇਆ। ਬੜੀ ਜ਼ਿੰਮੇਵਾਰੀ ਨਾਲ, ਬੜੀ ਸਮਝਦਾਰੀ ਦੇ ਨਾਲ, ਬੜੀ ਸੀਰੀਅਸ ਐਜੀਟੇਸ਼ਨ ਹੈ ਔਰ ਬੜੀ ਸ਼ਾਂਤਮਈ ਏਕੇ ਦੇ ਨਾਲ ਲੋਕ ਚੱਲ ਰਹੇ। ਅੱਜ ਦੀ ਜਿਹੜੀ ਰੈਲੀ ਹੋਈ ਆ ਉਹਦੇ ਵਿੱਚ ਵੀ ਇਹੀ ਸਾਹਮਣੇ ਵੇਖਣ ਨੂੰ ਮਿਲਿਆ। ਔਰਤਾਂ ਵੀ ਬਹੁਤ ਸਾਰੀਆਂ ਆਈਆਂ ਔਰ ਉਹਨਾਂ ਨੇ ਯਾਦ ਦਿਲਾਇਆ ਕਿ ਦੇਖੋ, ਜੋ ਮੋਦੀ ਜੀ ਆਪਣੇ ਰਾਜ ਸਭਾ ਤੇ ਲੋਕ ਸਭਾ 'ਚ ਭਾਸ਼ਣ ਦੇ ਰਹੇ, ਉਹ ਕਹਿੰਦੇ ਕਿ ਮੈਂ ਤੇ ਤੁਹਾਡਾ ਭਲਾ ਕਰਨਾ ਹੀ ਕਰਨਾ। ਇਹ ਕਾਨੂੰਨ ਨਹੀਂ ਵਾਪਸ ਹੋ ਸਕਦੇ, ਕਿਉਂਕਿ ਜੇ ਤੁਸੀਂ ਮੂਰਖ ਆ, ਕਿਸਾਨਾਂ ਨੂੰ ਇਹ ਕਿਹਾ, ਮੈਂ ਮੂਰਖ ਨਹੀਂ ਹੈ, ਮੈਂ ਜ਼ਿੰਮੇਵਾਰ ਹਾਂ, ਮੈਂ ਇਸ ਦੇਸ਼ ਨੂੰ ਵਿਕਾਸ ਤੇ ਲਿਜਾਣਾ ਚਾਹੁੰਦਾ, ਤੁਹਾਨੂੰ ਭੁੱਖੇ ਮਰਦੇ ਨਹੀਂ ਦੇਖਣਾ ਚਾਹੁੰਦਾ। ਖਾਸ ਕਰਕੇ ਗਰੀਬ ਕਿਸਾਨਾਂ ਨੂੰ ਜਿਹੜੇ 86% ਹੈ, ਮੈਂ ਤੇ ਉਹਨਾਂ ਨੂੰ ਰਾਜੇ ਬਣੇ ਦੇਖਣਾ ਚਾਹੁੰਦਾ। ਕਿਸਾਨ ਕਹਿੰਦੇ ਆ ਕਿ ਨਾ 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 ਨਾ, ਸਾਨੂੰ ਤੁਸੀਂ ਜਿੰਨੇ ਹੈਗੇ ਉਨੇ ਹੀ ਰਹਿਣ ਦਿਓ, ਸਾਡੇ ਤੇ ਨਵਾਂ ਕੁਛ ਨਾ ਲੱਦੋ। ਕਹਿੰਦੇ ਲੱਦੀਏ ਕਿਉਂ ਨਾ, ਸਾਡੀ ਜ਼ਿੰਮੇਵਾਰੀ ਹੈ। ਤੁਸੀਂ ਸਾਨੂੰ ਜਦੋਂ ਚੁਣ ਲਿਆ, ਹੁਣ ਤੁਸੀਂ ਮੂੰਹ ਬੰਦ ਰੱਖੋ, ਜੋ ਵੀ ਮਰਜ਼ੀ ਅਸੀਂ ਤੁਹਾਡੇ ਨਾਲ ਕਰੀਏ, ਤੁਸੀਂ ਬੋਲ ਨਹੀਂ ਸਕਦੇ। ਇਹ ਸਾਡੇ ਡੈਮੋਕ੍ਰੇਸੀ ਦਾ ਰੂਲ ਆ ਕਿ ਜੋ ਮਰਜ਼ੀ ਬਿਨਾਂ ਪੁੱਛਿਆ ਲੋਕਾਂ ਦੇ ਉੱਤੇ ਕੁਹਾੜਾ ਚਲਾਉਣਾ ਚਲਾਈ ਜਾਓ, ਬੁਲਡੋਜ਼ਰ ਚਲਾਉਣਾ ਚਲਾਈ ਜਾਓ। ਇਹਦਾ ਜਵਾਬ ਦੇਣਾ ਬੜਾ ਜ਼ਰੂਰੀ ਸੀ। ਸ਼ਹਿਰੀ ਇੱਕ ਵੱਡੀ ਰੈਲੀ ਪੰਜਾਬ 'ਚ ਜਿਹੜੀ ਹੋ ਗਈ ਹੈ, ਲੋਕਾਂ 'ਚ ਜੋਸ਼ ਆਇਆ, ਲੋਕਾਂ 'ਚ ਵਿਸ਼ਵਾਸ ਆਇਆ। ਜਿਹੜਾ 26 ਜਨਵਰੀ ਤੋਂ ਬਾਅਦ ਤੁਸੀਂ ਠੀਕ ਫਰਮਾਇਆ, ਮਾੜਾ ਜਿਹਾ ਇਹ ਢਿੱਲ ਮੱਠ ਜੀ ਆਈ ਸੀ, ਇੱਕ ਵਾਰੀ ਦੁਚਿੱਤੀ ਜੀ ਵੀ ਆਈ ਸੀ, ਥੋੜੀ ਜੀ ਟੈਂਪਰੇਰੀ, ਕੁਝ ਦਿਨ ਲਈ ਨਿਰਾਸ਼ਾ ਵੀ ਆਈ ਕਿ ਆਹ ਕੀ ਹੋ ਗਿਆ, ਅਸੀਂ ਤੇ ਚਾਹੁੰਦੇ ਨਹੀਂ ਸੀ, ਸਾਡਾ ਜੋਸ਼ ਮੱਠਾ ਪੈ ਗਿਆ। ਹੁਣ ਫਿਰ ਜੋਸ਼ ਪਹਿਲਾਂ ਨਾਲੋਂ ਵੱਡਾ ਛਾਲਾ ਮਾਰਦਾ ਤਾਂ ਆ ਗਿਆ। ਇਹ ਇੱਥੇ ਹੀ ਨਹੀਂ, ਉਹਦਾ ਅਸਰ ਜਿਹੜਾ 26 ਜਨਵਰੀ ਦਾ ਹਰਿਆਣੇ 'ਚ ਬਹੁਤ ਜ਼ਿਆਦਾ ਹੋਇਆ। ਉੱਥੇ ਤੇ ਪੂਰੇ ਦਾ ਪੂਰਾ ਹੜ੍ਹ ਹੀ ਲੋਕਾਂ ਦਾ ਆ ਗਿਆ। ਇਹੋ ਹੀ ਪੱਛਮੀ ਯੂਪੀ 'ਚ ਹੋ ਰਿਹਾ। ਏਡੀਆਂ ਵੱਡੀਆਂ ਪੰਚਾਇਤਾਂ ਰੋਜ਼ ਉੱਥੇ ਹੋ ਰਹੀਆਂ ਆ, ਮਹਾ ਪੰਚਾਇਤਾਂ, ਤੇ ਇਹਦਾ ਜਿਹੜਾ ਫੈਲਾਓ ਤੇ ਅਸਰ ਹੋਊਗਾ। ਮੈਨੂੰ ਲੱਗਦਾ ਕਿ ਮੋਦੀ ਜੀ ਨੂੰ ਇਹ ਲੋਕਾਂ ਦੀਆਂ ਆਵਾਜ਼ਾਂ ਸੁਣਨੀਆਂ ਪੈਣਗੀਆਂ। ਜਿੰਨਾ ਮਰਜ਼ੀ ਕਹੀ ਜਾਣ ਮੈਂ ਕਾਨੂੰਨ ਨਹੀਂ ਵਾਪਸ ਲੈਣਾ, ਉਹਨਾਂ ਕੋਲ ਹੋਰ ਕੋਈ ਵਿਕਲਪ ਬਚਿਆ ਨਹੀਂ ਸਿਵਾਏ ਕਿ ਕਾਨੂੰਨ ਵਾਪਸ ਲਏ ਜਾਣ। ਹਾਂਜੀ ਸ਼ਹਿਰੀ ਜੀ ਬਿਲਕੁਲ। ਪ੍ਰੋਫੈਸਰ ਸਾਹਿਬ, ਖੈਰ ਹੁਣ ਸਮਾਂ ਤਾਂ ਅੱਗੇ ਇਜਾਜ਼ਤ ਨਹੀਂ ਦਿੰਦਾ। ਕੱਲ ਫਿਰ ਤੋਂ ਜੁੜਾਂਗੇ ਦਾ ਮਾਰਨਿੰਗ ਸ਼ੋਅ ਦੇ ਵਿੱਚ। ਪ੍ਰੋਫੈਸਰ ਸਾਹਿਬ, ਰਾਜੇਸ਼ ਜੀ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਸਾਂਝੀ ਕਰਨ ਦੇ ਲਈ। ਬਹੁਤ ਬਹੁਤ ਧੰਨਵਾਦ ਸ਼ਹਿਰੀ ਜੀ, ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਰਾਜੇਸ਼ ਗਿੱਲ ਜੀ ਔਰ ਪ੍ਰੋਫੈਸਰ ਮਨਜੀਤ ਅਕਸਰ ਸਾਡੇ ਨਾਲ ਜੁੜਦੇ ਹੀ ਨੇ। ਭਾਰਤ ਦੇ ਵਿੱਚ ਜੋ ਚੱਲ ਰਿਹਾ ਹੁੰਦਾ ਹੈ, ਸਪੈਸ਼ਲੀ ਪੰਜਾਬ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਹੁੰਦਾ ਹੈ, ਉਸ ਸੰਬੰਧੀ ਅਸੀਂ ਅਪਡੇਟ ਤੇ ਗੱਲਬਾਤ ਕਰਦੇ ਹਾਂ। ਅੱਜ ਦਾ ਵੱਡਾ ਅਪਡੇਟ ਇਹੀ ਸੀਗਾ ਕਿ ਜਿਸ ਤਰੀਕੇ ਨਾਲ ਮਹਾਪੰਚਾਇਤ ਹੋਈ ਹੈ, ਉਸ ਮਹਾਪੰਚਾਇਤ ਦਾ ਜਿਹੜਾ ਮੈਸੇਜ ਹੈ ਉਹ ਕਿੰਨਾ ਕੁ ਸਰਕਾਰ ਦੇ ਕੰਨਾਂ ਤੱਕ ਪਹੁੰਚਦਾ ਹੈ। ਐਡਾ ਵੱਡਾ ਇਕੱਠ ਮਹਾਪੰਚਾਇਤ ਦੇ ਵਿੱਚ ਵੀ ਹੋ ਗਿਆ, ਜਗਰਾਉਂ ਦੇ ਵਿੱਚ ਜਿਹੜੀ ਹੋਈ, ਤਾਂ ਜ਼ਾਹਿਰ ਜੀ ਗੱਲ ਹੈ ਕਿ ਲਗਾਤਾਰ ਕਿਤੇ ਨਾ ਕਿਤੇ ਕਿਸਾਨ ਇਕਜੁੱਟਤਾ ਦਾ ਜਿਹੜਾ ਹੈ ਉਹ ਸੁਨੇਹਾ ਵੀ ਜਾ ਰਿਹਾ ਹੈ। ਲੋਕ ਜਿਹੜੇ ਨੇ, ਆਮ ਜਨਤਾ ਹੈ, ਚਾਹੇ ਉਹ ਕਿਤੋਂ ਵੀ, ਚਾਹੇ ਉਹ ਰਾਜਸਥਾਨ, ਯੂਪੀ, ਮਹਾਰਾਸ਼ਟਰ, ਉੱਤਰਾਖੰਡ, ਕਿਤੋਂ ਵੀ ਆ ਰਿਹਾ, ਉਹ ਸਾਰੇ ਇੱਕੋ ਹੀ ਮੈਸੇਜ ਕਨਵੇ ਕਰਦੇ ਨੇ ਕਿ ਇਸ ਵੇਲੇ ਅਸੀਂ ਕਿਸਾਨ ਜਿਹੜੇ ਅੰਦੋਲਨ ਦੇ ਵਿੱਚ ਏਕਤਾ ਦੇ ਨਾਲ ਜੁਟੇ ਹੋਏ ਹਾਂ।
ਸੋ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੂਜੇ ਪਾਸੇ ਰਾਹੁਲ ਗਾਂਧੀ ਦੀ ਜਿਹੜੀ ਬੋਡੀ ਲੈਂਗੁਏਜ ਆ ਉਸ ਦੇ ਵਿੱਚ ਹੌਲੀ-ਹੌਲੀ ਸੁਧਾਰ ਹੁੰਦਾ ਦਿਖਾਈ ਦੇ ਰਿਹਾ। ਖੈਰ ਅੱਗੇ ਦੇਖਾਂਗੇ ਕਿ ਕਿਸਾਨ ਅੰਦੋਲਨ ਦੀ ਜਿਹੜੀ ਤਸਵੀਰ ਹੈ ਉਹ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ। ਕੱਲ ਦੇ ਅਪਡੇਟ ਤੇ ਲਗਾਤਾਰ ਨਜ਼ਰ ਬਣੀ ਰਹੇਗੀ। ਫਿਰ ਤੋਂ ਜੁੜਾਂਗੇ ਦ ਮਾਰਨਿੰਗ ਸ਼ੋਅ ਦੇ ਵਿੱਚ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।